KRPA 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:34 ਹੋਏ ਨੇ। 6 ਅਕਤੂਬਰ ਦਾ ਦਿਨ ਵਰਾ 2021 ਦਾ ਬੁੱਧਵਾਰ ਹੈ। 21 ਅਸੂ ਨਾਨਕ ਸੇ ਸੰਮਤ 553 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਗ ਦੇ ਮਸਲਿਆਂ ਤੇ ਗੱਲ। ਬੁੱਧਵਾਰ ਦਾ ਦਿਨ ਹੈ। ਅੱਜ ਕਹਾਣੀ ਸਰਦਾਰ ਬੂਟਾ ਸਿੰਘ ਸ਼ਾਦ ਦੀ ਤੁਹਾਡੇ ਸਨਮੁਖ ਹੋਏਗੀ। ਸ਼ਾਦ ਦੇ ਜਿਹੜੇ ਨਾਵਲ ਨੇ, ਉਹਨਾਂ ਦੀਆਂ ਕਹਾਣੀਆਂ ਨੇ, ਪਿੰਡਾਂ ਦੀਆਂ ਕਹਾਣੀਆਂ। ਤੇ ਅੱਜ ਬੂਟਾ ਸਿੰਘ ਸ਼ਾਦ ਦੀ ਇੱਕ ਪਿੰਡ ਦੀ ਕਹਾਣੀ, ਸਾਂਝ ਦੀ ਕਹਾਣੀ ਤੁਹਾਡੇ ਸਨਮੁਖ ਹੋਏਗੀ। 1844 247 1550 ਉਹਨੇ ਨੰਬਰ ਹੈ 1844 247 1550 ਤੇ 604 729 1224 WhatsApp ਤੇ ਟੈਕਸਟ ਲਈ ਨੰਬਰ। ਲਿਖੇ ਮੁਲਕਾਂ ਦੇ ਗੁਣ ਗੁਣੀਆਂ, ਸਾਰੀ ਫਿਰ ਤੁਰ ਵੇਖੀ ਦੁਨੀਆ। ਕੁਲ ਜੱਗ ਦੀਆਂ ਕਰੀਆਂ ਸੈਰਾਂ, ਇੱਕ ਨਜ਼ਮ ਬਣਾਉਣੀ ਸ਼ਾਇਰਾ। ਜੀਭ ਕੁਤਰੇ ਲਫ਼ਜ਼ ਪੰਜਾਬੀ ਦੇ, ਸਾਕੀ ਨਸ਼ਾ ਚੜਾ ਦੇ ਉਤਰੇ ਨਾ ਲਾ ਮੁਖ ਨੂੰ ਜਾਮ ਸ਼ਰਾਬੀ ਦੇ। ਜਵਾਨ ਸੋਹਣੇ ਸ਼ਾਮ ਫਰਾਂਸੋਂ, ਗੋਲ ਗਰਦਨ ਕੰਚ ਗਲਾਸੋਂ। ਸ਼ੇਰਾਂ ਵਰਗੇ ਉਭਰੇ ਸੀਨੇ, ਜਿਹੜੇ ਝਗਰੇ ਨੈਣ ਨਗੀਨੇ। ਐਸਾ ਗੱਭਰੂ ਜੱਗ ਵਿੱਚ ਹੋਣਾ ਨਾ ਵੇਖੇ ਦੇਸ਼ ਬਥੇਰੇ ਦੁਨੀਆ ਦੇ, ਕੋਈ ਦੇਸ਼ ਪੰਜਾਬੋਂ ਸੋਹਣਾ। ਢਲੇ ਬਰਫ਼ ਹਿਮਾਲਯ ਪਰਬਤ, ਜਲ ਮੀਠਾ ਖੰਡ ਦਾ ਸ਼ਰਬਤ। ਪੰਜ ਨਦੀਆਂ ਮਾਰਨ ਲਹਿਰਾਂ, ਹੈਡ ਬੰਨ ਕੇ ਕੱਢਦੀਆਂ ਨਹਿਰਾਂ। ਛੱਡ ਵਾਟਰ ਮੈਨਰ ਫਰਮੇ ਦੇ, ਛੱਡ ਵਾਟਰ ਮੈਨਰ ਭਰਮੇ ਦੇ। ਵੇਖ ਚਾਹ ਚੜੇ ਚੜਨ ਕਿਸਾਨਾਂ ਨੂੰ, ਖੇਤ ਖਿੜਖਿੜ ਹੱਸਦੇ ਨਰਮੇ ਦੇ। ਹਰੀ ਚਰੀਆਂ ਦੀ ਹਰਿਆਵਲ, ਕਿਤੇ ਲੈ ਲੈ ਕਰਦੇ ਚਾਵਲ। ਰਲ ਗੁੱਡਣੇ ਜਾਣ ਕਮਾਦੀ, ਮੁੰਡਿਆ ਰੱਜ ਰੱਜ ਚੂਰੀ ਸਾਦੀ। ਖਾਦੀ ਦੀਦਾ ਘਿਓ ਨਾਲ ਲਿਬੜਿਆ ਪੋਣਾ ਨਾ ਬਈ, ਤੇ ਵੇਖੇ ਦੇਸ਼ ਬਥੇਰੇ ਦੁਨੀਆ ਦੇ, ਕੋਈ ਦੇਸ਼ ਪੰਜਾਬੋਂ ਸੋਹਣਾ ਨਾ। ਬੜੀ ਰੌਣਕ ਖੇਤਰ ਅਗਲੇ, ਕਾਲੀਪੁਰ ਬੋਲਣ ਅਗਲੇ। ਹਲ ਬਾਉਂਦੇ ਫਿਰਨ ਟਰੈਕਟਰ, ਜਿਵੇਂ ਐਕਟਿੰਗ ਕਰਦੇ ਐਕਟਰ। ਬੁਲਡੋਜ਼ਰ ਫਿਰਦੇ ਕਮਲੇ ਜੇ, ਦਿਲ ਖਿੱਚਦੇ ਲੰਘਦੇ ਰਾਹੀਆਂ ਦੇ। ਟਿਊਬਵੈਲ ਪਰ ਫੁੱਲ ਗਮਲੇ ਜੇ। ਜਿਹੜੇ ਕੇਤੀਆਂ ਦੇ ਗੇਂਦੇ, ਜਿਹੜੇ ਕੇਤਕੀਆਂ ਤੇ ਗੇਂਦੇ, ਕਿਤੇ ਸੋਸਣ ਖੁਸ਼ਬੂ ਦੇਂਦੇ। ਥਾਂ ਥਾਂ ਤੇ ਬਿਜਲੀਆਂ ਬਲੀਆਂ, ਲਾਰੀ ਜਾਂ ਗੁੰਦਲਾ ਕਲੀਆਂ। ਕਿਸੇ ਐਸਾ ਹਾਰ ਪਰੋਣਾ ਨਾ ਵੇਖੇ ਦੇਸ਼ ਬਥੇਰੇ ਦੁਨੀਆ ਦੇ, ਕੋਈ ਦੇਸ਼ ਪੰਜਾਬੋਂ ਸੋਹਣਾ ਨਾ। ਬਾਬੂ ਰਜਵਲੀ ਜੀ, ਦੇਸ਼ ਪੰਜਾਬੋਂ ਸੋਹਣਾ ਨਾ। ਬਹੁਤ ਲੰਬੀ ਕਵਿਤਾ, ਹਲੇ ਅੱਧੀ ਸੁਣਾਈਏ, ਅੱਧੀ ਕੱਲ ਨੂੰ। ਧੰਨਵਾਦ ਜੀ ਸਾਰਿਆਂ ਦਾ, ਜਿੱਥੇ ਵੀ ਬੈਠੇ ਹੋ। ਪਿਛਲੇ ਕੁਝ ਦਿਨਾਂ ਦੇ ਮੀਡੀਆ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਚੱਲ ਰਹੀਆਂ ਨੇ ਕੌਂਸਲਰ ਮਨਦੀਪ ਸਿੰਘ ਨਾਗਰਾ ਦੇ ਬਾਰੇ। ਨਾਗਰਾ ਪਰਿਵਾਰ ਦਾ ਜਿਹੜਾ ਬਿਜ਼ਨਸ ਹੈ, ਤੁਹਾਨੂੰ ਪਤਾ ਹੈ, ਫਰੇਜ਼ਰ ਵਿਊ ਮੀਟ ਦਾ, ਉਹਨਾਂ ਦਾ ਮੀਟ ਦਾ ਬਿਜ਼ਨਸ ਹੈ। ਨਾਗਰਾ ਪਰਿਵਾਰ ਨੇ ਇੱਕ ਬਿਲਡਿੰਗ ਜਿਹੜੀ 84 ਐਵਨਿਊ ਤੇ ਖਰੀਦੀ ਹੈ, ਸਕਾਟ ਰੋਡ ਤੇ ਸਰੀ ਵਾਲੇ ਪਾਸੇ ਨੂੰ, 122 ਤੇ 21 ਤੇ 120 ਟੱਪ ਦੇ ਨਾਲ। ਤੇ ਉਹਨਾਂ ਦਿਨਾਂ ਦੇ ਵਿੱਚ 84 ਐਵਨਿਊ ਨੂੰ ਜਿਹੜਾ ਥਰੂ ਕਰਨਾ ਹੈ ਆਪਣੇ ਬੇਅਰ ਕ੍ਰੀਕ ਦੇ ਵਿੱਚ ਦੀ, ਹਾਲੇ ਉਹ 128 ਤੇ 28 ਤੋਂ ਅੱਗੇ ਆਉਣਾ ਹੈ। ਉਹ ਕਦ ਆਉਂਦਾ ਹੈ, ਕਦ ਬਣਦਾ ਹੈ। ਪਰ ਉਹ ਬਿਲਡਿੰਗ ਖਰੀਦਣ ਦਾ ਇੱਕ ਕਨਫਲਿਕਟ ਆਫ ਇੰਟਰਸਟ ਦਾ, ਜਿਹੜੇ ਬੇਅਰ ਕ੍ਰੀਕ ਦੇ ਅਗੇਂਸਟ ਨੇ ਤੇ ਸਰੀ ਕਨੈਕਟ ਦਾ ਇੱਕ ਕੈਂਡੀਡੇਟ ਹੈ ਸੈਬਸਟੀਅਨ ਸਾਜਦਾ, ਉਸਨੇ ਇਸ ਨੂੰ ਇਸ਼ੂ ਨੂੰ ਬਣਾਇਆ ਹੈ। ਤੇ ਮਨਦੀਪ ਸਿੰਘ ਨਾਗਰਾ ਮੇਰੇ ਨਾਲ, ਉਹਨਾਂ ਨੂੰ ਪੁੱਛਦੇ ਹਾਂ ਕਿ ਅਸਲ ਕਹਾਣੀ ਕੀ ਹੈ। ਵਾਕਈ ਕਨਫਲਿਕਟ ਆਫ ਇੰਟਰਸਟ ਹੈ ਜਾਂ ਇਹ ਆਪੋਜੀਸ਼ਨ ਦੀ ਕੋਈ ਗੱਲਬਾਤ ਹੈ, ਤੇ ਇਹ ਇਸ਼ੂ ਜਿਹੜਾ ਇਹ ਸ਼ੁਰੂ ਕਿਉਂ ਹੋਇਆ, ਇਹਦਾ ਬੇਸ ਕੀ ਹੈ? ਨਾਗਰਾ ਜੀ ਸਵਾਗਤ, ਸਤਿ ਸ੍ਰੀ ਅਕਾਲ। ਨੂੰ ਤੇ ਤੁਹਾਡੇ ਸਾਰੇ ਲਿਸਨਰਸ ਨੂੰ ਸਤਿ ਸ੍ਰੀ ਅਕਾਲ। ਅੱਛਾ ਜੀ, ਇਹ ਖਬਰਾਂ ਜਿਹੜੀਆਂ ਚੱਲ ਰਹੀਆਂ ਨੇ ਪੇਪਰ ਲੋਕਲ ਜਿਹੜੇ ਨੇ ਸਾਰੇ ਉਹਦੇ ਚ, ਤੇ ਟੀਵੀ ਚੈਨਲ ਤੋਂ ਵੀ ਸੁਣੀ ਹੈ। ਇਹ ਜਿਹੜੀ 84, ਪਹਿਲੀ ਤਾਂ ਗੱਲ ਮੈਂ ਆਪਣੇ ਤੌਰ ਤੇ ਸੁਣਨ ਵਾਲਿਆਂ ਨੂੰ ਦੱਸਿਆ ਵੀ 84 ਐਵਨਿਊ ਨੂੰ ਕਿੰਗ ਜਾਰਜ ਦੇ ਵਿੱਚ ਦੀ ਥਰੂ ਕਰਨ ਦੀ ਅੱਜ ਦੀ ਗੱਲ ਨਹੀਂ ਚੱਲ ਰਹੀ। ਸਿਟੀ ਆਫ ਸਰੀ ਦੇ ਵਿੱਚ ਪਹਿਲਾਂ ਵੀ ਚੱਲੀ ਹੈ, ਉਸਦੀ ਵਿਰੋਧਤਾ ਹੋਈ ਹੈ, ਉਹ ਗੱਲ ਠੱਪ ਹੋ ਗਈ। ਹੁਣ ਉਸ ਨੂੰ ਥਰੂ ਕਰਨ ਦੇ ਲਈ VOTING ਹੋਈ, VOTING ਦੇ ਵਿੱਚ ਮਤਾ ਪਾਸ ਹੋ ਗਿਆ, ਪਰ ਉਸ ਦੀ ਵਿਰੋਧਤਾ ਹੋ ਰਹੀ ਹੈ। ਕੋਰਟ
ਵੀ ਇਹਦੇ ਵਿੱਚ ਇਨਵੋਲਵ ਹੋਈ ਹੈ। ਅੱਛਾ ਜੀ, ਇਹ ਜਿਹੜਾ ਸੀਕੁਐਂਸ ਹੋਇਆ ਜਿਹੜਾ ਘਟਨਾਵਾਂ ਦਾ, ਆਪਣੀ ਜ਼ੁਬਾਨੀ ਤੁਸੀਂ ਦੱਸਿਓ, ਫਿਰ ਮੈਂ ਗੱਲ ਕਰਦਾ ਤੇ ਹੋਈ ਕੀ ਗੱਲ ਕੀ ਅਕਸਰ। ਬਿਲਕੁਲ, ਇਹ ਜਿਹੜੇ ਮੇਰੇ ਤੇ ਜਿੱਦਾਂ ਜਿਹੜੇ ਦੂਸਰੇ ਤੁਸੀਂ ਦੱਸਿਆ ਕਿ ਜਿਹੜੇ ਅਪੋਨੈਂਟ ਹੈਗੇ ਸਾਡੇ, ਉਹਨਾਂ ਵੱਲੋਂ ਜਿਹੜੇ ਫਿਊਚਰ ਕਾਉਂਸਲਰ ਕੈਂਡੀਡੇਟ ਆ ਸੈਬਾਸਟੀਅਨ ਸਜਦਾ, ਉਹਨਾਂ ਨੇ ਇਹ ਪ੍ਰੈਸ ਰਿਲੀਜ਼ ਕੀਤੀ ਸੀ ਮੰਡੇ ਮਾਰਨਿੰਗ ਕਿ ਮੇਰਾ ਕੌਨਫਲਿਕਟ ਆਫ ਇੰਟਰਸਟ ਸੀਗਾ। ਜਦੋਂ ਮੈਂ ਬੇਅਰ ਕ੍ਰੀਕ ਤੇ ਜਿਹੜਾ ਕਨੈਕਸ਼ਨ ਹੈ ਉਹਨੂੰ ਬਿਲਡ ਕਰਨ ਲਈ ਵੋਟ ਪਾਈ ਸੀ, ਉਦੋਂ ਮੇਰਾ ਕੌਨਫਲਿਕਟ ਆਫ ਇੰਟਰਸਟ ਸੀਗਾ। ਵੋਟ ਪਾਈ ਸੀ ਬੈਕ ਇਨ ਫੈਬਰਰੀ ਦੇ ਵਿੱਚ ਕਿ ਇਹ ਜਿਹੜਾ ਕਨੈਕਸ਼ਨ ਹੈ, ਜਿਹੜੇ ਮਿਸਿੰਗ ਸੈਗਮੈਂਟ ਹੈਗੇ ਆ 84th ਐਵਨਿਊ ਥਰੂ ਨਹੀਂ ਹੁੰਦਾ, ਸਪੈਸ਼ਲੀ ਜਿਹੜਾ ਬੇਅਰ ਕ੍ਰੀਕ ਵਾਲਾ ਏਰੀਆ ਹੈਗਾ ਸਾਊਥ ਆਫ ਬੇਅਰ ਕ੍ਰੀਕ ਪਾਰਕ ਦੇ ਵਿੱਚ ਦੀ, ਉਹ ਥਰੂ ਹੋਣਾ ਚਾਹੀਦਾ ਤਾਂ ਕਿ ਜਿਹੜੀ ਕੰਜੈਸ਼ਨਸ ਆ 88 ਐਵਨਿਊ ਤੇ ਉਹਨਾਂ ਨੂੰ ਘਟਾਇਆ ਜਾ ਸਕੇ। ਸੋ ਫਰਵਰੀ ਦੇ ਵਿੱਚ ਉਹ ਵੋਟਿੰਗ ਹੋਈ ਸੀ। ਉਸ ਤੋਂ ਬਾਅਦ 5.5 ਮਹੀਨੇ ਬਾਅਦ ਅਸੀਂ ਜਿਹੜਾ ਇੱਕ ਪ੍ਰਾਪਰਟੀ ਜਿਹੜੀ ਮਾਰਕੀਟ ਦੇ ਵਿੱਚ ਆਈ ਸੀ, ਓਪਨ ਮਾਰਕੀਟ ਦੇ ਵਿੱਚ ਅਵੇਲੇਬਲ ਸੀ ਉਹ ਪ੍ਰਾਪਰਟੀ। ਬਹੁਤ ਹੋਰ ਲੋਕਾਂ ਨੇ ਵੀ ਮੈਨੂੰ ਬਾਅਦ ਵਿੱਚ ਫੋਨ ਕਰਕੇ ਦੱਸਿਆ ਕਿ ਉਹਨਾਂ ਨੇ ਵੀ ਉਹ ਇੰਟਰਸਟ ਸੀਗਾ ਜਾਂ ਉਹ ਪ੍ਰਾਪਰਟੀ ਲੈਣਾ ਚਾਹੁੰਦੇ ਸੀਗੇ। ਤੇ ਬਿਲਕੁਲ ਸੇਮ ਉਹ ਰੀਅਲ ਸਟੇਟ ਦਾ ਜਿਹੜਾ ਵੀ ਆਪਾਂ ਪ੍ਰੋਸੈਸ ਹੁੰਦਾ ਉਹਨੂੰ ਫੋਲੋ ਕਰਕੇ ਅਸੀਂ 5.5 ਮਹੀਨੇ ਬਾਅਦ ਉਹ ਪ੍ਰਾਪਰਟੀ ਦਾ ਜਿਹੜਾ ਕੰਟਰੈਕਟ ਲਿਖਿਆ ਗਿਆ ਤੇ 7 ਮਹੀਨੇ ਬਾਅਦ ਉਹ ਵੋਟ ਤੋਂ ਉਹਦੀ ਜਿਹੜੀ ਕੰਪਲੀਸ਼ਨ ਹੋਈ ਆ। ਸੋ ਪਰ ਉਹ ਮੇਰੇ ਤੇ ਐਲੀਗੇਸ਼ਨਸ ਇਹ ਲਾ ਰਹੇ ਕਿ ਜਦੋਂ ਫਰਵਰੀ ਦੇ ਵਿੱਚ ਮੈਂ ਵੋਟ ਪਾਈ ਸੀ, ਮੈਨੂੰ ਪਤਾ ਸੀ ਕਿ ਮੈਂ 84th ਐਵਨਿਊ ਤੇ ਕੋਈ ਨਾ ਕੋਈ ਪ੍ਰਾਪਰਟੀ ਲੈਣੀ ਹੈ, ਜਿਹੜੀ ਕਿ ਬਿਲਕੁਲ ਵੀ ਇਹ ਸੱਚ ਨਹੀਂ ਹੈ ਕਿਉਂਕਿ ਉਹ ਪ੍ਰਾਪਰਟੀ ਆਈ ਥਿੰਕ ਅਵੇਲੇਬਲ ਵੀ ਨਹੀਂ ਸੀਗੀ ਉਸ ਟਾਈਮ ਤੇ। ਪਲੱਸ 5 ਮਹੀਨੇ ਬਾਅਦ ਕਿਹੜੀ ਪ੍ਰਾਪਰਟੀ ਮਾਰਕੀਟ ਦੇ ਵਿੱਚ ਆਉਣੀ ਉਹ ਤਾਂ ਦੱਸਣਾ ਪੋਸੀਬਲ ਨਹੀਂ ਹੁੰਦਾ 5 ਮਹੀਨੇ ਪਹਿਲਾਂ ਹੀ। ਸੋ ਇਹ ਕੌਨਫਲਿਕਟ ਆਫ ਇੰਟਰਸਟ ਦੀ ਜਿਹੜੀ ਗੱਲ ਹੋ ਰਹੀ ਹੈ, ਐਲੀਗੇਸ਼ਨਸ ਲਾ ਰਹੇ ਆ ਮੇਰੇ ਤੇ। ਸੋ ਇਹਦੀ ਇਹ ਟਾਈਮ ਲਾਈਨ ਹੈ ਕਿ ਵੋਟ ਤੋਂ 5.5 ਮਹੀਨੇ ਬਾਅਦ ਕੰਟਰੈਕਟ ਲਿਖਿਆ ਤੇ 7 ਮਹੀਨੇ ਬਾਅਦ ਉਹ ਪ੍ਰਾਪਰਟੀ ਦੀ ਕੰਪਲੀਸ਼ਨ ਹੋਈ ਆ। ਸੋ ਮੈਨੂੰ ਫੈਬਰਰੀ ਦੇ ਵਿੱਚ ਬਿਲਕੁਲ ਵੀ ਆਈਡੀਆ ਨਹੀਂ ਸੀ ਕਿ ਸਾਡੀ ਫੈਮਿਲੀ ਜਿਹੜੀ 84th ਐਵਨਿਊ ਤੇ ਪ੍ਰਾਪਰਟੀ ਆ ਉਹਨੂੰ ਕਦੀ ਪਰਚੇਸ ਕਰੂਗੀ। ਸੋ ਇਸ ਲਈ ਮੈਂ 84th ਐਵਨਿਊ ਉਸ ਟਾਈਮ ਸਪੋਰਟ ਕੀਤਾ ਸੀ, ਬਟ ਹੁਣ ਮੈਂ ਵੋਟ ਪਾ ਸਕਦਾ, ਮੇਰਾ ਕੌਨਫਲਿਕਟ ਹੈਗਾ ਉਹਦੇ ਵਿੱਚ। ਜੇ ਫਿਊਚਰ 'ਚ ਕੋਈ ਵੋਟ ਪਾਉਣੀ ਪੈਂਦੀ ਹੈ ਜਾਂ ਨਹੀਂ ਉਹ ਮੇਰੇ ਲੋਅਰਸ ਦੇਖ ਰਹੇ ਨੇ, ਬਟ ਮੈਂ ਸਟਿਲ ਇਹ ਗੱਲ ਕਲੀਅਰਲੀ ਦੱਸਣਾ ਚਾਹੂੰਗਾ ਕਿ ਮੈਂ ਸਪੋਰਟ ਕਰਦਾ ਕਿ ਜਿਹੜਾ 84th ਐਵਨਿਊ ਆ ਉਹ ਇੱਕ ਪ੍ਰਾਪਰਟੀ ਨੂੰ ਉਹਨੇ ਬੈਨੀਫਿਟ ਨਹੀਂ ਕਰਨਾ, ਉਹਨੇ ਸਾਰੀ ਸਰੀ ਨੂੰ ਬੈਨੀਫਿਟ ਕਰਨਾ, ਉਹਨੇ ਸਾਰੇ ਲੋਕਾਂ ਨੂੰ ਬੈਨੀਫਿਟ ਕਰਨਾ। ਕਿਉਂਕਿ ਜਿਹੜੀਆਂ ਕੰਜੈਸ਼ਨਸ ਆ ਭਾਵੇਂ ਉਹ 88 ਐਵਨਿਊ ਤੇ ਆ, ਭਾਵੇਂ ਉਹ ਕਿੰਗ ਜਾਰਜ ਤੇ ਆ, 120 ਤੇ ਆ, ਸਾਰੇ ਪਾਸੇ ਨੇ ਉਹ ਇਹ ਜਿਹੜੇ ਆਪਣਾ ਰੋਡਸ ਦਾ ਨੈਟਵਰਕ ਹੈ ਇਹਨੂੰ ਇੰਪਰੂਵ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਸੋ ਜੇ ਉਹ ਇੱਕ ਪ੍ਰਾਪਰਟੀ ਬੈਨੀਫਿਟ ਨਹੀਂ ਹੁੰਦੀ, ਉਹ ਸਾਰਾ ਓਵਰਆਲ ਸਰੀ ਦੀਆਂ ਜਿਹੜੀਆਂ ਪ੍ਰਾਪਰਟੀਜ਼ ਆ, ਸਰੀ ਦੇ ਜਿਹੜੇ ਲੋਕ ਆ ਉਹਨਾਂ ਨੂੰ ਬੈਨੀਫਿਟ ਹੋਏਗਾ। ਸੋ ਮੈਂ ਹਜੇ ਵੀ ਅੱਜ ਵੀ 84th ਐਵਨਿਊ ਜਿਹੜਾ ਕਨੈਕਸ਼ਨ ਆ ਉਹਨੂੰ ਸਟਿਲ ਸਪੋਰਟ ਕਰਦਾ ਕਿ ਬਿਲਕੁਲ ਥਰੂ ਹੋਣਾ ਚਾਹੀਦਾ। ਅੱਛਾ, ਮੈਨੂੰ ਇੱਕ ਦੱਸਿਓ, ਤੁਹਾਡਾ ਤੁਸੀਂ ਅੰਦਰ ਹੁਣ ਕੰਮ ਕਰਦੇ ਹੋ ਕਾਉਂਸਲਰ ਦੇ ਤੌਰ ਤੇ, ਓਬਵੀਅਸਲੀ ਜਿਹੜੇ ਨੋਰਮਸ ਨੇ ਤੁਸੀਂ ਪੜ੍ਹੇ ਹੋਣ, ਕਿਤੇ ਵੀ ਕੋਈ ਡਿਵੈਲਪਮੈਂਟ ਹੈ, ਮੰਨ ਲਓ ਵੀ ਤੁਸੀਂ ਕੋਈ ਵੀ ਸਬ ਡਿਵੀਜ਼ਨ ਕੋਈ ਐਨਸੀਪੀ ਚੇਂਜ ਕਰਨ ਦੇ ਲਈ ਹੱਕ 'ਚ ਵੋਟ ਪਾ ਦਿੱਤੀ, ਉਸ ਐਨਸੀਪੀ ਤੋਂ ਬਾਅਦ ਕੋਈ ਤੁਸੀਂ ਉੱਥੇ ਪ੍ਰਾਪਰਟੀ ਨਹੀਂ ਲੈ ਸਕਦੇ? ਜੀ ਬਿਲਕੁਲ, ਕੁਝ ਵੀ ਨਹੀਂ ਹੈਗਾ ਬਾਈਲਾਸ। ਹਾਂਜੀ ਬਿਲਕੁਲ, ਦੇਖੋ ਮੈਂ ਇੱਕ ਗੱਲ ਮੰਨਦਾ ਕਿ ਜੇ ਮੈਂ ਕੋਈ ਇਨਸਾਈਡ ਇਨਫੋਰਮੇਸ਼ਨ ਲੈ ਕੇ ਮੈਂ ਉਹਨੂੰ ਆਪਣੇ ਬੈਨੀਫਿਟ ਲਈ ਯੂਜ਼ ਕਰਾਂ, ਚਾਹੇ ਉਹ ਸਾਰੇ ਤਰ੍ਹਾਂ ਦੇ ਰੂਲਸ ਹੈਗੇ ਨੇ, ਬਣੇ ਹੋਏ ਨੇ ਕਿ ਜੇ ਮੇਰੀ ਉੱਥੇ ਕੋਈ ਪ੍ਰਾਪਰਟੀਜ਼ ਹੈਗੀਆਂ ਉਹ ਡੈਫੀਨਿਟਲੀ ਉਹ ਗਲਤ ਚੀਜ਼ ਹੋਏਗੀ। ਬਟ ਐਟ ਦ ਸੇਮ ਟਾਈਮ ਫੋਰ ਐਗਜ਼ਾਮਪਲ ਮੈਂ ਗੱਲ ਕਰਦਾ ਕਿ ਚਾਰਟ ਸੈਲ ਦੀ ਜਿਹੜੀ ਐਨਸੀਪੀ ਆ ਅਸੀਂ ਹੁਣੇ ਅਪਰੂਵ ਕੀਤੀ ਆ 2 ਜਾਂ 3 ਮਹੀਨੇ ਪਹਿਲਾਂ, ਉੱਥੇ ਅਬਾਊਟ 10,000 ਜਿਹੜੇ ਨਵੇਂ ਰੈਜ਼ੀਡੈਂਟਸ ਆ ਉਹ ਆ ਰਹੇ ਨੇ। ਉਹਦੇ ਵਿੱਚ ਸਿੰਗਲ ਫੈਮਲੀਜ਼ ਨੇ ਵੀ, ਟਾਊਨ ਹਾਊਸਿਸ ਨੇ ਵੀ, ਕਾਉਂਡੋਸ ਨੇ ਵੀ। ਸੋ ਉਹ ਹੋ ਸਕਦਾ ਕਿ ਉੱਥੇ ਉਹ ਬਹੁਤ ਸੋਹਣਾ ਏਰੀਆ ਸਾਊਥ ਸਰੀ ਦਾ, ਹੋ ਸਕਦਾ ਉੱਥੇ ਕੋਈ ਵੀ ਕਾਉਂਸਲਰ ਫਿਊਚਰ ਦੇ ਵਿੱਚ ਉੱਥੇ ਇੱਕ ਲੋਟ ਲੈ ਕੇ ਜਾਂ ਆਪਣਾ ਕੋਈ ਟਾਊਨ ਹਾਊਸ ਫਿਊਚਰ ਦੇ ਵਿੱਚ ਬਣਾ ਲਵੇ। ਸੋ ਉਹਦਾ ਬਿਲਕੁਲ ਇਹ ਮਤਲਬ ਨਹੀਂ ਹੋਵੇਗਾ ਕਿ ਉਹਨਾਂ ਦਾ ਇਹ ਕੌਨਫਲਿਕਟ ਆਫ ਇੰਟਰਸਟ ਸੀ ਕਿਉਂਕਿ ਉਹਨਾਂ ਨੂੰ ਉਹ ਸਪੋਰਟ ਕੀਤਾ ਸੀ, ਹੁਣ ਉਹਨਾਂ ਨੇ ਉੱਥੇ ਜਾ ਕੇ ਟਾਊਨ ਹਾਊਸ ਲੈ ਲਿਆ। ਸੋ ਕਿਉਂਕਿ ਸਰੀ ਤੇ ਓਪਨ ਹੋ ਰਹੀ ਹੈ, ਅਸੀਂ ਐਨੀਡੇਲ ਦੀ ਜਿਹੜੀ ਐਨਸੀਪੀ ਆ ਉਹ ਅਪਰੂਵ ਕੀਤੀ ਆ, ਉੱਥੇ ਨਵੇਂ ਘਰ ਆ ਰਹੇ ਨੇ। ਸੋ ਜੇ ਮੈਂ ਉੱਥੇ ਫਿਊਚਰ ਦੇ ਵਿੱਚ ਜਾਂ ਹੋਰ ਕੋਈ ਕਾਉਂਸਲਰ ਉੱਥੇ ਜਾ ਕੇ, ਫਿਰ ਇਹਦਾ ਮਤਲਬ ਹੋਵੇਗਾ ਕਿ ਉਹਨਾਂ ਦਾ ਵੀ ਕੌਨਫਲਿਕਟ ਆਫ ਇੰਟਰਸਟ। ਉਹ ਫਿਊਚਰ ਦੇ ਵਿੱਚ ਕੀ ਕਰਦੇ ਨੇ ਜਦੋਂ ਇਨਫੋਰਮੇਸ਼ਨ ਪਬਲਿਕ ਹੋ ਜਾਂਦੀ ਹੈ, ਮੈਨੂੰ ਲੱਗਦਾ ਨਹੀਂ ਕਿ ਉਹ ਇਸ਼ੂ ਹੋਣਾ ਚਾਹੀਦਾ। ਐਸ ਲੌਂਗ ਐਸ ਕੋਈ ਇਨਸਾਈਡ ਇਨਫੋਰਮੇਸ਼ਨ ਯੂਜ਼ ਕਰਕੇ ਕੋਈ ਆਪਣੇ ਬੈਨੀਫਿਟ ਲਈ ਕਿਸੇ ਪ੍ਰਾਪਰਟੀ ਦੀ ਇੱਕ ਸਪੈਸੀਫਿਕ ਪਾਰਸਲ ਦੀ ਕੋਈ ਜ਼ੋਨਿੰਗ ਵਗੈਰਾ ਜੇ ਆਪ ਕਰਦੇ ਆ, ਦੈਟ ਇਜ਼ ਟੋਟਲੀ ਰੌਂਗ। ਉਹ ਮੈਂ ਬਿਲਕੁਲ ਅਗਰੀ ਕਰਾਂਗਾ ਕਿ ਉਹ ਬਿਲਕੁਲ ਇਦਾਂ ਦਾ ਹੋਣਾ ਨਹੀਂ ਚਾਹੀਦਾ।
ਪਰ ਜੇ ਇੱਕ ਪਬਲਿਕ ਇਨਫੋਰਮੇਸ਼ਨ ਜਿਹੜੀ ਹੈਗੀ ਹੈ, ਜਿਹੜੀ ਹਰ ਇੱਕ ਸਿਟੀ ਆਫ ਸਰੀ ਦੇ ਰੈਜ਼ੀਡੈਂਟ ਕੋਲ ਹੈਗੀ ਆ, ਜੇ ਉਹ ਸੇਮ ਇਨਫੋਰਮੇਸ਼ਨ ਹੀ, ਚਾਹੇ ਉਹ ਇਲੈਕਟਡ ਅਫੀਸ਼ੀਅਲ ਕੋਈ ਵੀ ਹੈ, ਚਾਹੇ ਉਹ ਕਾਉਂਸਲਰਸ ਨੇ, ਐਮਪੀਜ਼ ਨੇ, ਐਮਐਲਏ ਨੇ, ਉਹ ਸੇਮ ਪਬਲਿਕ ਇਨਫੋਰਮੇਸ਼ਨ ਯੂਜ਼ ਕਰਕੇ ਉਹ ਕੁਛ ਨਾ ਕੁਛ ਆਪਣੇ ਵਾਸਤੇ ਇਨਵੈਸਟਮੈਂਟ ਕਰਦੇ, ਮੈਨੂੰ ਲੱਗਦਾ ਨਹੀਂ ਕਿ ਉਹਨਾਂ ਨੂੰ ਜਿਹੜੇ ਇਦਾਂ ਦੇ ਐਲੀਗੇਸ਼ਨਸ ਆ ਲਾਉਣੇ ਠੀਕ ਨੇ। ਅੱਛਾ, ਇੱਕ ਜਿਹੜਾ ਉਹ ਕਹਿ ਰਹੇ ਨੇ, ਮੰਨ ਲਓ ਤੁਸੀਂ ਉਹ ਪਰਿਵਾਰ ਦੀ ਜਗ੍ਹਾ ਇਹ ਲਈ ਹੈ 84 ਐਵਨਿਊ ਤੇ, ਹਲੇ ਉਹਦੇ ਚ ਡਿਵੈਲਪਮੈਂਟ ਕਰਨੀ ਆ, ਕੀ ਬਣਨਾ ਜਾਂ ਨਹੀਂ, ਤੁਹਾਡੀ ਆਪਣੀ ਪਲਾਨ ਹੋਣੀ ਆ ਪਰਿਵਾਰ ਦੇ ਤੌਰ ਤੇ, ਪਰ ਉੱਥੇ ਜੇ ਵੱਧ ਆਵਾਜਾਈ ਲੰਘੇਗੀ ਉਹ ਕੀ ਇੰਪੈਕਟ ਪਾ ਦੂਗਾ ਜੀ ਉਹ ਪ੍ਰਾਪਰਟੀ ਤੇ? ਮੈਨੂੰ ਮਤਲਬ ਪਹਿਲਾਂ ਵੀ ਸਕਾਟ ਰੋਡ ਤੇ ਸਾਰੀਆਂ ਚੀਜ਼ਾਂ ਬਣੀਆਂ ਹੋਈਆਂ, 128 ਤੇ ਬਣੀਆਂ, ਜਿਹਨੇ ਜਿੱਥੋਂ ਚੀਜ਼ ਲੈਣਾ ਜਾਣਾ ਉੱਥੇ ਜਾਂਦਾ, ਉਹ ਵੱਧ ਆਵਾਜਾਈ ਤੇ 84 ਐਵਨਿਊ ਦਾ ਥਰੂ ਹੋਣਾ ਕੀ ਫਰਕ ਪਾਏਗਾ? ਜੀ ਬਿਲਕੁਲ, ਇਹ ਤੇ ਜਸਟ ਇੱਕ ਵੈਸੇ ਹੀ ਇੱਕ ਮੇਰੇ ਅਗੇਂਸਟ ਕੁਛ ਮੈਨੂੰ ਲੱਗਦਾ ਕਿ ਉਹਨਾਂ ਨੂੰ ਕੁਛ ਨਹੀਂ ਮਿਲ ਰਿਹਾ ਸੀਗਾ ਕਿ ਉਹ ਕੀ ਲੱਭ ਸਕਦੇ, ਕਿਉਂਕਿ ਮੈਂ ਕਦੇ ਵੀ ਕੋਈ ਏਦਾਂ ਦੀ ਐਕਟੀਵਿਟੀ 'ਚ ਇਨਵੋਲਵ ਨਹੀਂ ਹੋਇਆ ਜਿੱਥੇ ਮੈਨੂੰ ਲੱਗਦਾ ਕਿ ਐਥੀਕਲੀ ਠੀਕ ਨਹੀਂ ਆ। ਸੋ ਮੈਨੂੰ 84 ਤੁਸੀਂ ਬਿਲਕੁਲ ਠੀਕ ਹੈ ਕਿ 84 ਜੇ ਕਿੰਗ ਜਾਰਜ ਸਾਈਡ ਤੋਂ ਥਰੂ ਹੁੰਦਾ ਆ, ਜਾਂ ਜਿਹੜਾ 128 ਦਾ ਮਿਸਿੰਗ ਸੈਗਮੈਂਟ ਥਰੂ ਹੁੰਦਾ, ਬਟ ਉਹਦੇ ਨਾਲ ਜਿਹੜੀ ਇੱਕ 84 ਐਂਡ ਸਕਾਟ ਰੋਡ ਤੇ ਪ੍ਰਾਪਰਟੀ ਆ, ਉਹਦੀ ਕੱਲੀ ਦੀ ਕਿੰਨੀ ਕੁ ਵੈਲਿਊ ਜਾਂ ਉਹਦਾ ਕਿੰਨਾ ਕੁ ਬੈਨੀਫਿਟ ਉੱਥੇ ਬਿਜ਼ਨਸ ਨੂੰ ਹੋ ਸਕਦਾ। ਸੋ ਮੇਰੇ ਲਈ ਵੀ ਅੰਡਰਸਟੈਂਡ ਕਰਨਾ ਥੋੜਾ ਜਿਹਾ ਡਿਫਿਕਲਟ ਸੀ ਕਿ ਇਹਨਾਂ ਦਾ ਪੁਆਇੰਟ ਜਿਹੜਾ ਆ ਉਹ ਕੀ ਆ। ਸੋ ਪਰ ਐਨੀਵੇਜ਼ ਅਸੀਂ ਡੀਲ ਕਰ ਰਹੇ ਹਾਂ, ਲਾਇਰਸ ਦੇਖ ਰਹੇ ਨੇ ਉਹਦੇ ਵੱਲ, ਤੇ ਕੋਈ ਨਾ ਕੋਈ ਜੇ ਹੋ ਸਕਿਆ ਤੇ ਅਸੀਂ ਐਕਸ਼ਨ ਵੀ ਜ਼ਰੂਰ ਲਵਾਂਗੇ। ਸੋ ਇਹ ਜਿਹੜਾ ਸੈਜਦਾ ਜਿਸ ਨੇ ਤੁਹਾਡੇ ਖਿਲਾਫ ਇਹ ਗੱਲ ਕੀਤੀ ਹੈ, ਇਹ ਹੁਣ ਆਪੋ ਜਿਹੜੀ ਕਨੈਕਟ ਸਰੀ ਗਰੁੱਪ ਹੈ ਉਹਦੇ ਵਿੱਚ ਕੈਂਡੀਡੇਟ ਦਾ ਉਮੀਦਵਾਰ ਹੈ ਜੀ? ਹਾਂਜੀ, ਉਹਨਾਂ ਦੇ ਵਿੱਚ ਕੈਂਡੀਡੇਟ ਆ। ਪਲੱਸ ਇਹ ਮੈਂ ਦੇਖੋ ਕਦੇ ਵੀ ਮੈਂ ਟਰਾਈ ਕਰਦਾ ਹੁੰਦਾ ਕਿ ਨੈਗੇਟਿਵ ਜਿਹੜੀ ਪੋਜ਼ਿਟਿਵ ਹਮੇਸ਼ਾ ਗੱਲ ਕੀਤੀ ਜਾਵੇ, ਬਟ ਐਟ ਦ ਸੇਮ ਟਾਈਮ ਇਹਨਾਂ ਦੇ ਜਿਹੜੇ ਕਾਉਂਸਲਰ ਕੈਂਡੀਡੇਟ ਆ, ਜਦੋਂ ਉਹਨਾਂ ਨੇ ਫਰੇਜ਼ਰ ਹਾਈਵੇ ਦੀ ਸਕਾਈ ਟ੍ਰੇਨ ਦੇ ਲਈ ਵੋਟ ਪਾਈ ਸੀ, ਉਹਨਾਂ ਦਾ ਪੀਜ਼ਾ ਬਿਜ਼ਨਸ ਉੱਤੇ ਫਰੇਜ਼ਰ ਹਾਈਵੇ ਦੇ ਉੱਪਰ ਸੀਗਾ। ਸੋ ਹੁਣ ਆਪਾਂ ਇਹ ਵੀ ਕਹਿ ਸਕਦੇ ਕਿ ਉਹਨਾਂ ਦਾ ਪੀਜ਼ਾ ਬਿਜ਼ਨਸ ਜਿਹੜਾ ਹੈ ਇੰਪਰੂਵ ਹੋਏਗਾ ਜਦੋਂ ਸਕਾਈ ਟ੍ਰੇਨ ਲੰਘੇਗੀ ਫਰੇਜ਼ਰ ਹਾਈਵੇ ਦੇ ਵਿੱਚ ਦੀ। ਪਰ ਬਿਲਕੁਲ ਵੀ ਮੈਂ ਉਸ ਸਾਈਡ ਤੇ ਜਾਣਾ ਨਹੀਂ ਚਾਹੁੰਦਾ, ਕਿਉਂਕਿ ਉੱਥੇ ਕੱਲਾ ਸਕਾਈ ਟ੍ਰੇਨ ਬਣਨਾ ਇੱਕ ਪੀਜ਼ਾ ਬਿਜ਼ਨਸ ਨੂੰ ਕੋਈ ਫਰਕ ਨਹੀਂ ਪੈਣਾ, ਉਹ ਸਾਰਾ ਕਮਿਊਨਿਟੀ ਨੂੰ ਬੈਨੀਫਿਟ ਬਣਨਾ, ਇਦਾਂ ਦੇ ਪ੍ਰੋਜੈਕਟ ਬਣਦੇ ਰਹਿਣੇ ਚਾਹੀਦੇ ਨੇ। ਤੇ ਹੁਣ ਤੁਸੀਂ ਆਏ ਹੋ, ਮੈਂ ਇੱਕ ਦੋ ਚੀਜ਼ਾਂ ਹੋਰ ਤੁਹਾਡੇ ਨਾਲ ਪੁੱਛਣਾ ਚਾਹੁੰਦਾ। ਚਲੋ ਇਹ ਤਾਂ ਲੋਕਾਂ ਨੂੰ ਕਲੀਅਰ ਇਸ ਗੱਲ 'ਚ ਕਰ ਲਈ ਆਪੇ, ਬਾਕੀ ਡਿਸੀਜ਼ਨ ਜਿਵੇਂ ਕਿਸੇ ਨੇ ਬਣਾਉਣਾ ਸੋਚਣ ਦੀ ਗੱਲ ਆ, ਅੱਧਾ ਗਲਾਸ ਭਰਿਆ ਜਾਂ ਖਾਲੀ। ਜਿਹੜੀ ਫਰੇਜ਼ਰ ਹਾਈਵੇ ਦੀ ਗੱਲ ਸਕਾਈ ਟ੍ਰੇਨ ਦੀ ਚੱਲ ਰਹੀ ਹੈ, ਉਹ ਇਹ ਗੱਲ ਕਹੀ ਜਾ ਰਹੀ ਹੈ ਵੀ ਹੁਣ 28 ਤੱਕ ਨਹੀਂ ਬਣਨੀ, ਉਹਦੀ ਅਸਲ ਇਨਫੋਰਮੇਸ਼ਨ ਕੀ ਹੈ ਜੀ? ਉਹ ਕਦ ਤੱਕ ਬਣਨ ਦੀ ਗੱਲ ਹੋ ਰਹੀ ਹੈ? ਵੈਲ ਦੇਖੋ, ਉਹਨਾਂ ਨੇ ਜਦੋਂ ਸਕਾਈ ਟ੍ਰੇਨ ਬਣਨ ਦਾ ਸਟਾਰਟ ਹੋਇਆ ਸੀ, ਉਹਨਾਂ ਨੇ ਇਹ ਟਰਾਂਸਲਿੰਕ ਨੇ ਜਿਹੜੀ ਇਨਫੋਰਮੇਸ਼ਨ ਬਾਹਰ ਦਿੱਤੀ ਸੀ ਕਿ 25 ਤੱਕ ਜਿਹੜਾ ਫੇਜ਼ 1 ਕੰਪਲੀਟ ਹੋ ਕੇ ਟ੍ਰੇਨ ਚੱਲਣ ਲੱਗ ਪੈਣੀ ਹੈ। ਉਸ ਤੋਂ ਬਾਅਦ ਫੇਜ਼ 2 ਜਿਹੜਾ ਸਟਾਰਟ ਹੋਏਗਾ ਲੈਂਗਲੀ ਤੱਕ, ਤੇ ਉਹਦਾ ਟਾਈਮਲਾਈਨ ਉਹਨਾਂ ਨੇ 2030 ਦੀ ਟਾਈਮਲਾਈਨ ਦਿੱਤੀ ਸੀ ਕਿ ਪੂਰਾ ਪ੍ਰੋਜੈਕਟ ਕੰਪਲੀਟ ਹੋ ਕੇ ਲੈਂਗਲੀ ਤੱਕ ਜਿਹੜੀ 16 ਕਿਲੋਮੀਟਰ ਦੀ ਲਾਈਨ ਹੈ ਚੱਲਣੀ ਸਟਾਰਟ ਹੋ ਜਾਏਗੀ। ਪਰ ਹੁਣ ਉਹਨੇ ਚੇਂਜਸ ਕੀਤੀਆਂ ਆ, ਉਹ ਇਹ ਹੈ ਕਿ ਅਸੀਂ ਇਹਨੂੰ ਇੰਸਟੈਡ ਆਫ 2 ਅਲੱਗ ਫੇਜ਼ਸ ਦੇ ਵਿੱਚ ਬਣਾਉਣ ਨਾਲੋਂ ਅਸੀਂ ਇੱਕ ਫੇਜ਼ ਦੇ ਵਿੱਚ ਆਲ ਦ ਵੇ ਟੂ ਲੈਂਗਲੀ ਇਹਨੂੰ ਕੰਪਲੀਟ ਕਰਾਂਗੇ। ਤੇ ਉਹਦੀ ਜਿਹੜੀ ਟਾਈਮਲਾਈਨ ਹੈ ਇੰਸਟੈਡ ਆਫ 2030 ਉਹਨਾਂ ਨੇ 2028 ਦਿੱਤੀ ਹੈ। ਸੋ ਉਸ ਤੋਂ ਵੀ ਪਹਿਲਾਂ ਉਹਨਾਂ ਦਾ ਉਹ ਪ੍ਰੋਜੈਕਟ ਜਿਹੜਾ ਹੈ ਉਹਨੂੰ ਕੰਪਲੀਟ ਕਰਨ ਦਾ ਸੀਗਾ ਮੋਟਿਵ, ਪਰ ਉਹ ਅਨਫੋਰਚੂਨੇਟਲੀ ਪਿਛਲਾ 1.5 ਸਾਲ ਜਿਹੜਾ ਆ ਉਹਦੇ ਤੇ ਕੋਈ ਕੰਮ ਨਹੀਂ ਹੋਇਆ, ਕੋਈ ਕੰਸਟਰਕਸ਼ਨ ਨਹੀਂ ਸਟਾਰਟ ਹੋਈ ਜਾਂ ਕੋਈ ਉਹਨਾਂ ਦੇ ਪਲੈਨਿੰਗ ਤੇ ਜ਼ਿਆਦਾ ਕੰਮ ਨਹੀਂ ਹੋ ਸਕਿਆ। ਸੋ ਉਹਨੇ ਥੋੜਾ ਜਿਹਾ ਉਹ 2028 ਵਾਲਾ ਟਾਰਗੇਟ, ਨਹੀਂ ਉਸ ਤੋਂ ਵੀ ਬੈਟਰ ਟਾਰਗੇਟ ਹੋ ਸਕਦਾ ਸੀਗਾ। ਤੇ ਪਰ 2028 ਬਿਲਕੁਲ ਵੀ ਰੋਂਗ ਇਨਫੋਰਮੇਸ਼ਨ ਹੈ ਕਿ ਜਿਹੜੇ ਇਹ ਡਿਲੇ ਹੋ ਗਿਆ ਜਾਂ ਇਹ ਹੋ ਨਹੀਂ ਰਿਹਾ। ਕੰਸਟਰਕਸ਼ਨ ਸਟਾਰਟ ਹੋ ਗਈ ਆਲਰੇਡੀ, ਫਰੇਜ਼ਰ ਹਾਈਵੇ ਦੀ ਵਾਈਡਨਿੰਗ ਸਟਾਰਟ ਹੋ ਗਈ ਆ। ਉੱਥੇ ਜਿਹੜੇ ਗ੍ਰੀਨ ਟਿੰਬਰਸ ਦੇ ਵਿੱਚ ਦੀ ਜਿਹੜੇ ਟਰੀਜ਼ ਸੀਗੇ ਜਿਹੜੇ ਔਨ ਦਾ ਵੇ ਸੀਗੇ, ਉਹਨਾਂ ਨੂੰ ਰਿਮੂਵ ਕੀਤਾ ਜਾ ਰਿਹਾ ਇਸ ਟਾਈਮ। ਤੇ ਇਹ ਬਹੁਤ ਜਲਦੀ ਜਿਹੜੀ ਕੰਸਟਰਕਸ਼ਨ ਹੈ ਕਿੰਗ ਜਾਰਜ ਸਾਈਡ ਤੇ ਉੱਥੇ ਵੀ ਸਟਾਰਟ ਹੋ ਜਾਏਗੀ, ਤੇ ਇਹ ਪ੍ਰੋਜੈਕਟ ਜਿਹੜਾ 2028 ਦੇ ਵਿੱਚ ਲੈਂਗਲੀ ਤੱਕ ਵੀ ਕੰਪਲੀਟ ਹੋ ਜਾਏਗਾ। ਅੱਛਾ, ਇੱਕ ਜੀ ਮੈਂ ਅਕਸਰ ਸ਼ੋਅ ਦੇ ਵਿੱਚ ਗੱਲ ਕਰਦਾ, ਜਿਹੜੀ ਸੜਕਾਂ ਤੇ ਸਾਡੀ ਆਵਾਜਾਈ ਤੇ ਸੜਕਾਂ ਦਾ ਹੁਣ ਖੈਰ ਉਹ ਤਾਂ ਡਿਜ਼ਾਈਨ ਬਹੁਤ ਚਿਰਾਂ ਦੇ ਕੀਤੇ ਹੋਏ ਨੇ। ਹੁਣ ਜਿਸ ਤਰ੍ਹਾਂ ਸਾਡੇ ਸ਼ਹਿਰ 'ਚ 12-15 ਹਜ਼ਾਰ ਇਮੀਗ੍ਰੈਂਟ ਤੇ ਘੱਟੋ ਘੱਟ 5-7 ਹਜ਼ਾਰ ਜਿਹੜੇ ਨੇ ਵਿਜ਼ਿਟ ਵੀਜ਼ੇ ਵਾਲੇ ਆਉਂਦੇ ਨੇ, ਵਰਕ ਪਰਮਿਟ ਵਾਲੇ ਆਉਂਦੇ ਨੇ, 20-22 ਹਜ਼ਾਰ ਬੰਦਾ, ਇਹ ਸ਼ਹਿਰ ਬਹੁਤ ਵੱਡਾ ਹੋ ਜਾਣਾ ਜੀ। ਤੇ ਇਹਦਾ ਫਿਰ ਸੜਕਾਂ ਦਾ ਆਪਣੇ ਕੋਲ ਕੀ
ਬਦਲ ਹੋਏਗਾ। ਆਪਾਂ ਬਾਕੀ ਤਾਂ ਸਾਰਾ ਕੁਝ ਕਰੀ ਜਾ ਰਹੇ ਹਾਂ, ਪਰ ਉਹ ਸੜਕਾਂ ਦੀ ਆਵਾਜਾਈ ਦਾ ਕੀ ਹੋਏਗਾ? ਜੀ ਬਿਲਕੁਲ, ਇੱਕ ਨੰਬਰ 1 ਤੇ ਜਿਹੜੀ ਚੀਜ਼ ਆਪਾਂ ਨੂੰ ਰਾਈਟ ਵੇ ਜਿਹਦੇ ਤੇ ਅਸੀਂ ਆਲਰੇਡੀ ਕਰ ਰਹੇ ਹਾਂ ਕਿ ਜਿਹੜੀ ਸਾਡੀ ਪਬਲਿਕ ਟਰਾਂਸਪੋਰਟ ਹੈ ਉਹਨੂੰ ਜ਼ਿਆਦਾ ਇੰਪਰੂਵ ਕਰਨ ਦੀ ਲੋੜ ਹੈ। ਸਕਾਈ ਟ੍ਰੇਨ ਇਜ਼ ਅ ਵੈਰੀ ਗੁੱਡ ਐਗਜ਼ਾਮਪਲ। ਪਰ ਉਸ ਤੋਂ ਬਾਅਦ ਜਿਹੜਾ ਆਪਾਂ ਰੈਪਿਡ ਬੱਸ ਆ, ਆਲਰੇਡੀ ਜਿਹੜਾ LRT ਸਿਸਟਮ ਨੂੰ ਚਲਾਉਣ ਦੀ ਗੱਲ ਕੀਤੀ ਸੀ ਆਪਾਂ, ਉਹ ਵਾਲਾ ਉਹ ਸੇਮ ਜਿਹੜੀ ਸਪੀਡ ਤੇ ਸੇਮ ਟਾਈਮ ਦੇ ਨਾਲ ਜਿਹੜੀ ਉੱਥੇ ਟਰਾਂਸਪੋਰਟ ਪਬਲਿਕ ਟਰਾਂਸਪੋਰਟ ਹੈ ਉਹ ਚੱਲ ਰਹੀ, ਰੈਪਿਡ ਬੱਸ ਚੱਲ ਰਹੀ ਹੈ, ਬੀ ਲਾਈਨ ਬੱਸ ਚੱਲ ਰਹੀ ਹੈ, ਜਿਹਦੀ 2 ਤੋਂ 3 ਮਿੰਟ ਦੀ ਸਰਵਿਸ ਤੇ ਆ, ਤੇ ਆਈ ਥਿੰਕ ਉਹ ਸਰੀ ਸਿਟੀ ਸੈਂਟਰ ਤੋਂ 8 ਤੋਂ 9 ਮਿੰਟ ਦੇ ਵਿੱਚ ਜਿਹੜੇ ਪੈਸੇਂਜਰਸ ਆ ਉਹਨਾਂ ਨੂੰ ਉੱਥੇ ਨਿਊਟਨ ਪਹੁੰਚਾ ਰਹੀ ਆ। ਸੋ ਏਦਾਂ ਹੀ ਹੁਣ ਸਕਾਟ ਰੋਡ ਤੇ ਫਰੋਮ ਉੱਥੋਂ ਸਕਾਟ ਰੋਡ ਸਕਾਈ ਟ੍ਰੇਨ ਸਟੇਸ਼ਨ ਤੋਂ ਲੈ ਕੇ 64 ਤੱਕ ਜਿਹੜੀ ਹੈ ਰੈਪਿਡ ਬੱਸ ਉਹ ਬਹੁਤ ਜਲਦੀ ਸਟਾਰਟ ਹੋ ਰਹੀ ਹੈ। ਸੋ ਉਹਦੀ ਸਰਵਿਸ ਵੀ ਜਿਹੜੀ ਹੈ 1-2 ਮਿੰਟ ਦੀ ਆ। ਸੋ ਲੈਂਕਲਿੰਗ ਸਕਾਈ ਟ੍ਰੇਨ ਜਿਹੜਾ ਪਬਲਿਕ ਟਰਾਂਸਪੋਰਟ ਸਿਸਟਮ ਹੈ ਉਹਨੂੰ ਹੋਰ ਜ਼ਿਆਦਾ ਐਫੀਸ਼ੀਐਂਟ ਤੇ ਉਹਨੂੰ ਜ਼ਿਆਦਾ ਇੰਪਰੂਵ ਕਰਨ ਦੀ ਜ਼ਰੂਰਤ ਆ। ਦੂਸਰੇ ਨੰਬਰ ਤੇ ਜਿਹੜਾ ਰੋਡ ਨੈਟਵਰਕਸ ਆ ਜਿਹੜੇ ਉਹ ਆਪਾਂ ਨੂੰ ਬਿਲਕੁਲ ਇੰਪਰੂਵ ਕਰਨ ਦੀ ਲੋੜ ਹੈ। 84 ਗੁੱਡ ਐਗਜ਼ਾਮਪਲ ਆ, ਪਰ ਉਹਦੇ ਤੇ ਥੋੜਾ ਜਿਹਾ ਮੇਰੇ ਕੰਫਲਿਕਟ ਆਫ ਇੰਟਰਸਟ ਤੇ ਐਲੀਗੇਸ਼ਨ ਲੱਗਦੇ, ਪਰ ਉਸ ਜਿਹੜਾ ਨੈਟਵਰਕ ਆ ਓਵਰਆਲ ਸਰੀ ਦਾ ਇਹਨੂੰ ਬਹੁਤ ਜ਼ਿਆਦਾ ਇੰਪਰੂਵ ਕਰਨ ਦੀ ਲੋੜ, ਕਿਉਂਕਿ ਹੁਣ ਤੁਸੀਂ ਦੇਖੋ 72 ਐਵੀਨਿਊ ਆ ਬਿਲਕੁਲ ਉਹ ਥਰੂ ਨਹੀਂ ਜਾ ਰਿਹਾ। ਉਸ ਤੋਂ ਬਾਅਦ ਜੇ ਆਪਾਂ ਈਸਟ ਵੈਸਟ ਨਾਰਥ ਸਾਊਥ ਦੀ ਗੱਲ ਕਰੀਏ 124 ਸਟਰੀਟ ਤੇ ਬਹੁਤ ਸੈਗਮੈਂਟਸ ਹੈਗੇ ਆ ਜਿਹੜੇ ਹਜੇ ਵਿੱਚੋਂ ਨਹੀਂ ਬਣੇ ਹੋਏ ਹੈਗੇ। 80th ਐਵੀਨਿਊ ਜਿਹੜਾ ਹੈਗਾ ਈਸਟ ਵੈਸਟ ਦਾ 80th ਐਵੀਨਿਊ ਨੂੰ ਵੀ ਕਨੈਕਟ ਕੀਤਾ ਜਾ ਸਕਦਾ ਆਲ ਦ ਵੇ ਟੂ ਹਾਈਵੇ 15। ਸੋ ਬਹੁਤ ਜ਼ਿਆਦਾ ਹਜੇ ਜਿਹੜੀਆਂ ਸਟਰੀਟਸ ਆ ਜਿਹੜੀਆਂ ਨਹੀਂ ਥਰੂ ਹੁੰਦੀਆਂ। 76th ਐਵੀਨਿਊ ਜਿਹੜਾ ਆ ਉਹ ਬਿਲਕੁਲ ਉਹਦੇ ਸੈਗਮੈਂਟਸ ਮਿਸਿੰਗ ਹੈਗੇ ਆ। ਸੋ ਇਦਾਂ ਦੇ ਬਹੁਤ ਰੋਡਸ ਹੈਗੇ ਆ ਜਿਨ੍ਹਾਂ ਦੇ ਸੈਗਮੈਂਟਸ ਮਿਸਿੰਗ ਆ, ਉਹਨਾਂ ਨੂੰ ਕਨੈਕਟ ਕਰਨ ਦੀ ਜ਼ਰੂਰਤ ਆ। ਤੇ ਮੈਨੂੰ ਲੱਗਦਾ ਕਿ ਫਿਊਚਰ ਦੇ ਵਿੱਚ ਜਿਹੜੀਆਂ ਵੀ ਕਾਉਂਸਲਸ ਆਉਣਗੀਆਂ ਉਹਨਾਂ ਨੂੰ ਇਹ ਜ਼ਰੂਰੀ ਦੇਖਣਾ ਪਏਗਾ ਕਿ ਜਿਹੜਾ ਰੋਡ ਨੈਟਵਰਕ ਹੈ ਇਹਨਾਂ ਨੂੰ ਰੋਡਸ ਨੂੰ ਹੋਰ ਵਾਈਡ ਕਿੱਦਾਂ ਕੀਤਾ ਜਾ ਸਕਦਾ, ਪਲੱਸ ਇਹਨਾਂ ਦੇ ਜਿਹੜੇ ਮਿਸਿੰਗ ਸੈਗਮੈਂਟਸ ਆ ਉਹਨਾਂ ਨੂੰ ਛੇਤੀ ਕਨੈਕਟ ਕਰਨ ਤਾਂ ਕਿ ਇਹ ਜਿਹੜੀ ਟ੍ਰੈਫਿਕ ਦੀ ਪ੍ਰੋਬਲਮ ਹੈ ਇੰਪਰੂਵ ਹੋ ਸਕੇ। ਬਿਲਕੁਲ ਜੀ, 88 ਤੇ ਖੜਾ ਬੰਦਾ 72 ਤੇ 64 ਤੇ ਹਾਈਵੇ 10 ਤੇ 96 ਤੇ ਖੜਾ ਹੱਥਾਂ ਤੇ ਦੰਦੀਆਂ ਵੜਦਾ ਵੀ ਮੈਂ ਐਕਸਪ੍ਰੈਸ ਚੜ੍ਹਨਾ, ਉਹ 84 ਤੋਂ ਲੰਘ ਜਾਏਗਾ। ਉੱਥੇ ਕਿਹਦੀ ਬਿਲਡਿੰਗ ਹੈ, ਕਿਹਨੇ ਬਣਾਉਣੀ ਹੈ, ਉਹਦਾ ਕਿਸੇ ਨੂੰ ਮਤਲਬ ਨਹੀਂ। ਜੇ ਮੈਂ ਬਿਲਡਿੰਗ ਨਹੀਂ ਬਣਾਉਣੀ ਤਾਂ ਮੇਰਾ ਉਹਦੇ 'ਚ ਮੇਰਾ ਕੋਈ ਇਸ਼ੂ ਨਹੀਂ। ਮੈਨੂੰ ਤਾਂ ਇਹ ਆ ਵੀ ਮੈਨੂੰ ਫੈਸਿਲਿਟੀ ਮਿਲਦੀ ਹੈ। ਰਾਜਨੀਤੀ ਦੇ ਵਿੱਚ ਇਹ ਕੁਝ ਚੱਲਦਾ ਰਹਿਣਾ ਜਿਹਦੇ ਵਿੱਚ ਦੀ ਤੁਸੀਂ ਗਏ ਹੋ। ਇੱਕ ਬਹੁਤ ਕਿਹਾ ਜਾਂਦਾ ਵੀ ਤੁਸੀਂ ਵੋਕਲ ਨਹੀਂ ਸੀ, ਜਿਹੜਾ ਵੋਕਲ ਹੋਣਾ ਹਰ ਵਕਤ ਬੋਲਣਾ ਉਹ ਵੀ ਕੋਈ ਚੰਗੀ ਗੱਲ ਨਹੀਂ। ਵੋਟ ਪਾਉਣ ਵੇਲੇ ਬੰਦਾ ਵੋਟ ਪਾ ਰਿਹਾ ਤਾਂ ਮੈਂ ਉਹਦਾ ਵੀ ਇੱਕ ਮਿੰਟ ਮੈਂ ਉਹਦਾ ਵੀ ਤੁਹਾਨੂੰ ਦੱਸ ਸਕਦਾ, ਕਿਉਂਕਿ ਵੋਕਲ ਜਿਹੜਾ ਕਹਿ ਰਹੇ ਕਿ ਜ਼ਿਆਦਾ ਜਿਹੜੇ ਕਾਉਂਸਲਰ ਸਪੈਸ਼ਲੀ ਇਹਦਾ ਟੀਮ ਦੇ ਕਾਉਂਸਲਰਸ ਆ, ਤੁਸੀਂ ਦੇਖਿਓ ਕਾਉਂਸਲ ਮੀਟਿੰਗਸ ਦੇ ਵਿੱਚ ਉਹ ਕੁਐਸਚਨਸ ਸਟਾਫ ਨੂੰ ਪੁੱਛ ਰਹੇ ਹੁੰਦੇ ਬਾਰ-ਬਾਰ। ਉਹ ਜਿਹੜੇ ਪ੍ਰੋਜੈਕਟਸ ਅਸੀਂ ਡਿਸਕਸ ਕਰ ਰਹੇ ਹੁੰਦੇ ਆ ਸਟਾਫ ਨੂੰ ਬਾਰ-ਬਾਰ ਉਹਦੇ ਰਿਲੇਟਡ ਕੁਐਸਚਨ ਪੁੱਛ ਰਹੇ ਹੁੰਦੇ। ਪਰ ਸਾਨੂੰ ਮੰਡੇ ਨੂੰ ਪੂਰਾ ਦਿਨ ਸਟਾਫ ਅਵੇਲੇਬਲ ਹੁੰਦਾ ਸਾਡੇ ਆਫਿਸ ਦੇ ਵਿੱਚ ਕਿ ਕੋਈ ਵੀ ਕੁਐਸਚਨ ਆ ਤੁਸੀਂ ਉਹਦੇ ਲਈ ਪੁੱਛ ਸਕਦੇ ਹੋ, ਕਿ ਉਹ ਤੁਹਾਡੇ ਕੋਈ ਕੰਸਰਨਸ ਹੈਗੀਆਂ ਤੁਸੀਂ ਡਿਸਕਸ ਕਰ ਸਕਦੇ ਹੋ। ਤੇ ਸੋ ਇੱਕ ਮਿੰਟ ਭਾਜੀ ਜਸਟ ਹੋਲਡ ਔਨ। ਤੇ ਸੌਰੀ ਭਾਜੀ ਇੱਕ ਮਿੰਟ ਆ ਗਿਆ। ਸੋ ਹਾਂਜੀ ਸੌਰੀ। ਸੋ ਬਿਲਕੁਲ ਕਾਫੀ ਟਾਈਮ ਦਿੱਤਾ ਜਾਂਦਾ ਕਿ ਉਹ ਕੁਐਸਚਨਸ, ਪਰ ਮੈਂ ਉਹ ਸਾਰੇ ਜਿਹੜੇ ਕੁਐਸਚਨਸ ਹੈ ਮੇਰੇ ਕੋਲ ਕੰਸਰਨਸ ਹੁੰਦੇ ਆ, ਮੈਂ ਡਿਊਰਿੰਗ ਡੇ ਜਦੋਂ ਟਾਈਮ ਹੁੰਦਾ ਮੈਂ ਉਹ ਪੁੱਛ ਲੈਣਾ, ਨੋਟ ਕਿ ਜਦੋਂ ਪਬਲਿਕ ਹੀਅਰਿੰਗ ਜਿਹੜੇ ਪਬਲਿਕ ਦੇ ਬੋਲਣ ਦਾ ਟਾਈਮ ਆ ਉਸ ਟਾਈਮ ਉਹ ਕੁਐਸਚਨਸ ਪੁੱਛਾਂ। ਤਾਂ ਕਰਕੇ ਮੈਨੂੰ ਲੱਗਦਾ ਉਹ ਕਹਿ ਰਹੇ ਨੇ ਕਿ ਇਹ ਕੁਐਸਚਨਸ ਘੱਟ ਪੁੱਛਦਾ ਉੱਥੇ। ਧੰਨਵਾਦ ਜੀ, ਤੁਸੀਂ ਕਿਤੇ ਬਿਜ਼ੀ ਹੋ, ਫੇਰ ਆਪਾਂ ਕਿਸੇ ਦਿਨ ਗੱਲਬਾਤ ਕਰਾਂਗੇ। ਤੁਹਾਡੇ ਸਮੇਂ ਲਈ ਧੰਨਵਾਦ। ਥੈਂਕ ਯੂ ਸੋ ਮਚ ਭਾਜੀ। 1 ਵੱਜ ਗਿਆ ਜੀ ਪੂਰਾ। ਕੌਂਸਲਰ ਮਨਦੀਪ ਸਿੰਘ ਨਾਗਰਾ ਨਾਲ ਮੈਂ ਗੱਲਬਾਤ ਕਰ ਰਿਹਾ ਸੀ। 84 ਐਵਨਿਊ ਤੇ ਇੱਕ ਬੋਲਿੰਗ ਐਲੀ ਜਿਹੜੀ ਬੰਦ ਹੋਈ ਹੈ ਉਸ ਨੂੰ ਨਾਗਰਾ ਪਰਿਵਾਰ ਵੱਲੋਂ ਇੱਕ ਕੰਪਨੀ ਵੱਲੋਂ ਖਰੀਦਾ ਗਿਆ। ਉਹ ਤੁਹਾਨੂੰ ਪਤਾ ਹੈ ਕਿ ਮੀਟ ਦੇ ਬਿਜ਼ਨਸ ਦੇ ਵਿੱਚ ਨੇ ਪਹਿਲਾਂ, ਤੇ ਫਰਵਰੀ ਦੇ ਵਿੱਚ 84 ਐਵਨਿਊ ਇੱਕ ਬਹੁਤ ਵੱਡਾ ਵਿਸ਼ਾ ਹੈ, ਜਿਹੜਾ ਮੁੱਦਾ ਹੈ ਭਾਈਚਾਰੇ ਦੇ ਵਿੱਚ। ਪਹਿਲਾਂ ਵੀ ਇਹ 5 ਸਾਲ ਪਹਿਲਾਂ ਵੀ ਗੱਲ ਚੱਲੀ ਜਦ ਇਸ ਨੂੰ ਨਹੀਂ ਆਉਣ ਦਿੱਤਾ, ਤੇ ਲੋਕ ਤੰਗ ਨੇ ਤੇ ਉਸ ਦੇ ਲਈ ਇਹ ਗੱਲ ਹੋਈ ਤੇ ਮੁੜ ਕੇ ਉਹ ਪ੍ਰਾਪਰਟੀ ਸੇਲ ਤੇ ਹੋ ਗਈ। ਮਨਦੀਪ ਸਿੰਘ ਨਾਗਰਾ ਆਪ ਦੱਸ ਕੇ ਗਏ ਨੇ ਵੀ ਫੇਰ ਅਸੀਂ ਉਹ ਓਪਰਚੁਨਿਟੀ ਲੈ ਲਈ ਤੇ ਅਸੀਂ ਉਹ ਖਰੀਦ ਲਈ।
ਉਹਨਾਂ ਦੇ ਵਿੱਚੋਂ ਕੋਈ ਹੋਣਾ ਓਨਰ ਮਲਟੀਪਲ ਓਨਰ ਹੋਣੇ ਨੇ, ਉਹਦੇ ਵਿੱਚੋਂ ਕਿਸੇ ਨੇ ਗੱਲਬਾਤ ਕਰ ਲਈ ਤੇ ਬਾਹਰ ਨਿਕਲ ਆਈ ਗੱਲ। ਤੇ ਉਸ ਤੇ ਆਪੋਜੀਸ਼ਨ ਹੈ ਜਿਹੜੇ 84 ਐਵਨਿਊ ਦਾ ਵੀ ਵਿਰੋਧ ਕਰਦੇ ਆ, ਉਹਨਾਂ ਨੇ ਇਹ ਵਿਸ਼ੇ ਤੇ ਗੱਲ ਲੈਣ ਦੀ ਬਾਹਰ ਬਈ ਇਹ ਕਨਫਲਿਕਟ ਹੈ। ਕਨਫਲਿਕਟ ਜੇ ਵੇਖਣਾ ਹੋਵੇ ਨਾ, ਇਹ ਪ੍ਰਾਪਰਟੀ ਲਈ ਕਿਸੇ ਓਪਨ ਮਾਰਕੀਟ ਦੇ ਵਿੱਚੋਂ ਲਈ, ਮੈਂ ਤੁਹਾਨੂੰ ਦੱਸਦਾ ਵੀ ਕਨਫਲਿਕਟ ਹੁੰਦੇ ਕੀ ਨੇ। ਕਨਫਲਿਕਟ ਇਹ ਸ਼ਹਿਰ ਨੇ ਵੇਖੇ ਆ 20 ਵਰਿਆਂ ਤੋਂ। ਉਹ ਓਪਨ ਪ੍ਰਾਪਰਟੀ ਸੀ, ਜਿਹੜਾ ਮਰਜ਼ੀ ਖਰੀਦ ਲੈਂਦਾ, ਉਹਨੂੰ ਕੋਈ ਲੁਕਮੀ ਨਹੀਂ ਸੀ ਗੱਲ। ਤੇ ਉਹ ਪ੍ਰਾਈਸ ਉਹਦੀ 8 ਮਿਲੀਅਨ ਤੱਕ ਗਈ ਹੈ, ਜਿੰਨੀ ਉਹਦੀ ਵੱਧ ਤੋਂ ਵੱਧ ਜਾ ਸਕਦੀ ਸੀ ਉਹ ਗਈ ਹੈ। ਕਨਫਲਿਕਟ ਪਤਾ ਕੀ ਹੁੰਦਾ? ਕਨਫਲਿਕਟ ਹੁੰਦਾ ਬਈ ਅੰਦਰੋਂ ਪਤਾ ਲੱਗ ਜਾਵੇ ਵੀ ਐਨਸੀਪੀ ਚੱਲੀ ਕਿੱਧਰ ਨੂੰ। ਤੇ ਉਦੋਂ ਪਹਿਲਾਂ ਏਕੜਾਂ ਦੇ ਵਿੱਚ ਮਿੱਟੀ ਦੇ ਭਾਅ ਜ਼ਮੀਨ ਲਈ ਜਾਵੇ ਤੇ ਫਿਰ 2 ਸਾਲਾਂ ਬਾਅਦ 1.5 ਸਾਲਾਂ ਬਾਅਦ ਸ਼ਹਿਰ ਕਹੇ ਵੀ ਐਨਸੀਪੀ ਇੱਥੇ ਅਸੀਂ ਬਦਲ ਰਹੇ ਹਾਂ। ਉਹ ਆ ਕਨਫਲਿਕਟ। ਜਿਨ੍ਹਾਂ ਦਾ ਹੱਕ ਸੀ, ਜਿਹੜੇ 50-50 40-40 ਸਾਲਾਂ ਦੇ ਘਰਾਂ 'ਚ ਬੈਠੇ ਸੀ, ਜਿਹੜੇ ਕੱਖ ਦੇ ਬਣ ਗਏ ਜਾਂ ਉਹਨਾਂ ਨੂੰ ਪਤਾ ਲੱਗਿਆ, ਉਹਨਾਂ ਦੇ ਦਿਲ ਚਾਕ ਹੋਏ ਨੇ। ਡਿਵੈਲਪਮੈਂਟ ਜਿੱਧਰ ਨੂੰ ਜਾ ਵੜੀ, ਜਿੱਧਰੋਂ ਘੁੰਮ ਕੇ ਜਾ ਵੜੀ। ਇਹ ਕਨਫਲਿਕਟ ਸੀ ਜਿਹੜੀ ਅੰਦਰੋਂ ਇਨਫੋਰਮੇਸ਼ਨ ਗਈ, ਜਿਹਨੇ ਅਮੀਰ ਬਣਾਏ ਇਸ ਸ਼ਹਿਰ ਦੇ ਵਿੱਚ ਬਹੁਤ, ਵੀ ਇੱਧਰ ਨੂੰ ਚਲੇ ਜਾ, ਇੱਧਰ ਨੂੰ ਚਲੇ ਜਾ, ਇੱਧਰ ਨੂੰ। ਜਾਂ ਜਿਨ੍ਹਾਂ ਦੀਆਂ ALR ਦੇ ਵਿੱਚੋਂ ਕਢਾ ਕੇ ਅਗਲਿਆਂ ਨੇ ਕਿਤੇ ਹੋਰ ALR ਦੇਤੀ, ਤੇ ALR ਜਿਹੜੀ ਐਗਰੀਕਲਚਰ ਲੈਂਡ ਵਾਲੀ ਜ਼ਮੀਨ ਆ ਉਹ ਕਰੋੜਾਂ ਦੀ ਬਣਾ ਲਈ। ਕਨਫਲਿਕਟ ਉੱਥੇ ਹੈ ਜਿੱਥੇ ਇੱਕ ਏਰੀਆ ਦੀ NCP ਨਾ ਹੋਵੇ ਪਰ A1 ਜ਼ੋਨਿੰਗ ਹੋਵੇ। ਅਰਬਨ ਰਿਜ਼ਰਵ ਜਿਹਨੂੰ ਕਹਿੰਦੇ ਨੇ, A1 ਜ਼ੋਨਿੰਗ ਆ, ਉਹ ALR ਦੇ ਵਿੱਚ ਜ਼ੋਨਿੰਗ ਹੁੰਦੀ ਆ ਪਰ ਰਿਜ਼ਰਵ ਦੇ ਵਿੱਚ ਨਹੀਂ ਹੁੰਦੀ। ਉਹਨੂੰ ਅਰਬਨ ਰਿਜ਼ਰਵ ਕਹਿੰਦੇ ਨੇ। A1 NCP ਤੋਂ ਪਹਿਲਾਂ ਦੇ ਏਕੜ ਸੀ। ਨੇਬਰਹੁੱਡ ਕਨਸੈਪਟ ਪਲਾਨ ਤੋਂ, ਅਫੀਸ਼ੀਅਲ ਕਮਿਊਨਿਟੀ ਪਲਾਨ ਤੋਂ, OCP NCP ਇਹ ਸ਼ਬਦ ਨੇ। ਅਫੀਸ਼ੀਅਲ ਕਮਿਊਨਿਟੀ ਪਲਾਨ, ਨੇਬਰਹੁੱਡ ਕਨਸੈਪਟ ਪਲਾਨ, ਜਿੱਥੇ ਸ਼ਹਿਰ ਪਲਾਨ ਕਰਦਾ ਵੀ ਹੁਣ ਅਸੀਂ ਇੱਥੇ ਬਣਾਉਣਾ। ਉਹਦੇ ਲਈ ਪੂਰਾ ਸੈੱਟ ਹੁੰਦਾ ਵੀ ਸੀਵਰੇਜ ਦਾ ਸੂਅਰ ਕਿੱਥੇ ਪਿਆ, ਕਿੱਥੋਂ ਪਾਣੀ ਜਾਣਾ, ਕਿੰਨਾ ਸਮਾਂ ਲੱਗਣਾ। ਇਹਦੇ ਤੇ ਕੋਈ ਬਿਗ ਪਲੇਅਰ ਆਏਗਾ ਜਿਹੜਾ 100-200 ਏਕੜ ਲਈ ਖਿੱਚ ਕੇ ਲੈ ਜਾਏਗਾ। ਜਿਵੇਂ 200 ਤੇ ਪਾਣੀ ਦੀਆਂ ਪਾਈਪਾਂ ਲੰਘੀਆਂ ਸੀ ਨਾ, ਜਿਹੜੀਆਂ 0 ਤੇ 83 ਵਾਲੇ ਲੈ ਕੇ ਗਏ ਸੀ ਹਾਈ ਪੁਆਇੰਟ ਸਟੇਟ ਤੇ, ਦਰਾਂ ਦੇ ਮੂੰਹ ਦੀ ਲੰਘ ਗਿਆ। ਉਹਨਾਂ 'ਚ ਮੁੜ ਕੇ ਲੋਕਾਂ ਨੇ ਹੁੱਕ ਕਰ ਲੀਆਂ, ਵੱਡੀ ਪਾਈਪਲਾਈਨ ਪੈ ਗਈ। ਕਈ ਵਾਰ ਉਹ ਛੋਟੀ ਉਹ ਲੈ ਜਾਂਦੇ ਨੇ ਆਪਣੀ। ਜੋ ਇਹ ਨਹੀਂ ਸੋਚਣਾ, ਬਹੁਤ ਵਿਕੀਆਂ 200 ਤੇ ਪ੍ਰਾਪਰਟੀਆਂ, ਦੇਖੋ ਪਾਣੀ ਲੰਘ ਗਿਆ, ਸਰਵਿਸਾਂ ਲੰਘ ਗਈਆਂ, ਪਰ ਉਹਨਾਂ ਨੇ ਹੁੱਕ ਨਹੀਂ ਕਰ ਦਿੱਤੀਆਂ। ਉਹ ਲੇਟ ਕਮਰਸ ਇੱਕ ਸ਼ਬਦ ਆ, ਜਿਹੜੇ ਬਾਅਦ 'ਚ ਹੁੱਕ ਕਰਦੇ ਨੇ, ਪੈਸੇ ਦਿੰਦੇ। ਜਾਂ ਤੁਸੀਂ A1 ਅਰਬਨ ਰਿਜ਼ਰਵ ਦੇ ਵਿੱਚ ਜ਼ਮੀਨ ਲੈ ਕੇ ਸਿਟੀ ਹਾਲ ਐਪਲੀਕੇਸ਼ਨ ਦੇਣ ਜਾਓ ਨਾ, ਵੀ ਮੈਂ ਡਿਵੈਲਪ ਕਰਨੇ ਆ ਮੇਰੇ 50 ਜਾਂ 100 ਏਕੜ, ਉਹ ਤੁਹਾਡੀ ਐਪਲੀਕੇਸ਼ਨ ਨਹੀਂ ਫੜਦੇ। ਉਹ ਕਹਿੰਦੇ ਨੋ, ਇੱਥੇ ਅਸੀਂ ਅਫੀਸ਼ੀਅਲ ਕਮਿਊਨਿਟੀ ਪਲਾਨ ਹਾਲੇ NCP ਬਣਾਉਣੀ ਹੈ, ਅਸੀਂ ਕਿਵੇਂ ਤੁਹਾਡੀਆਂ ਡਿਵੈਲਪਮੈਂਟ ਦੀਆਂ ਐਪਲੀਕੇਸ਼ਨਾਂ ਲੈ ਲਈਏ ਬਈ। ਤੇ ਜਦੇ ਹੀ ਫਿਰ ਜਿਨ੍ਹਾਂ ਨੇ ਕਨਫਲਿਕਟ ਤੇ ਜਿਨ੍ਹਾਂ ਦੀਆਂ ਯਾਰੀਆਂ, ਜਿਨ੍ਹਾਂ ਦਾ ਜੁਗਾੜ ਹੈ, ਉਹ ਜ਼ਮੀਨ ਕਰਕੇ ਇਕੱਠੀ 70-80 ਏਕੜ ਜਿਹੜੀ 2-2.5 ਲੱਖ ਡਾਲਰ ਨੂੰ ਲਈ ਉਹਨਾਂ ਨੇ, ਉਹਦੀ ਜਦ ਐਪਲੀਕੇਸ਼ਨ ਪਾਉਂਦੇ ਤੇ ਸਿਟੀ ਐਕਸੈਪਟ ਕਰਦੀ ਹੈ ਐਪਲੀਕੇਸ਼ਨ। ਠੀਕ ਹੈ, ਉਹਦੇ ਤੇ ਗੱਲ ਚੱਲਦੀ ਆ, ਫਸਟ ਰੀਡਿੰਗ, ਸੈਕੰਡ ਰੀਡਿੰਗ, ਥਰਡ ਤੇ ਫੋਰਥ ਜਿਹੜੀਆਂ ਰੀਡਿੰਗਾਂ ਹੁੰਦੀਆਂ ਨੇ। ਪਹਿਲੀ ਹੁੰਦੀ ਆ ਜਦ ਵਿਚਾਰ 'ਚ ਆ ਗਈ, ਉਹ 3 ਲੱਖ ਵਾਲੀ ਜੇ ਵਿਚਾਰ ਤੇ ਵੀ ਆ ਗਈ ਟੇਬਲ ਤੇ ਦੂਜੇ ਦਿਨ ਉਹ $1 ਮਿਲੀਅਨ ਦੀ ਹੈ 1 ਏਕੜ। ਮਤਲਬ ਇਹਦਾ ਮਤਲਬ ਉਸ ਏਰੀਏ ਦੇ ਬਾਰੇ ਸਿਟੀ ਨੇ ਸੋਚਣਾ ਸ਼ੁਰੂ ਕਰ ਦਿੱਤਾ। ਨਹੀਂ ਤਾਂ ਬਾਉਂਡਰੀ, ਜਿਵੇਂ ਭਾਦੋਂ ਦਾ ਮੀਂਹ ਪੈਂਦਾ ਨਾ, ਬੰਨੇ ਨਾਲ ਬੰਨਾ ਛੱਡ ਦਿੰਦਾ। ਇੱਕ ਬੰਨੇ NCP ਆ ਤੇ ਉੱਥੇ 4 ਮਿਲੀਅਨ ਦਾ ਏਕੜ ਆ, ਇੱਕ ਬੰਨੇ ਤੋਂ ਦੂਜੇ ਬੰਨੇ NCP ਨਹੀਂ, ਉੱਥੇ 4 ਲੱਖ ਦਾ ਏਕੜ। ਇਸ ਤਰ੍ਹਾਂ ਚੱਲਦਾ ਕੰਮ। ਇਹਨੂੰ ਕਹਿੰਦੇ ਕਨਫਲਿਕਟ। ਬੈਠੇ ਕੋਈ ਟੇਬਲ ਤੇ ਮੇਰੇ ਨਾਲ, ਮੈਂ ਦੱਸਾਂ ਵੀ ਕਨਫਲਿਕਟ ਕੀ ਆ। ਕੋਈ ਕਰੇ ਇਕੱਠ ਤੇ ਮੈਂ ਸਮਝਾਵਾਂ ਵੀ ਕਨਫਲਿਕਟ ਹੁੰਦਾ ਕੀ ਹੈ, ਕਿਵੇਂ ਅਗਲੇ ਮੁੜਛ ਕੇ ਲੈ ਜਾਂਦਾ ਤੁਹਾਡੀ ਜ਼ਿੰਦਗੀ ਦਾ ਸਾਰਾ ਸਰਮਾਇਆ।
ਇਨਫੋਰਮੇਸ਼ਨ ਅੰਦਰੋਂ ਕਿਵੇਂ ਜਾਂਦੀ ਹੈ, ਬਿਨਾਂ ਲਿਸਟਿੰਗ ਤੋਂ ਕਿਵੇਂ ਜ਼ਮੀਨ ਦੇ ਪਿੱਛੇ ਲਗੜ ਲੱਗਦੇ ਆ, ਇਹ ਬਹੁਤ ਵੱਡੀਆਂ ਗੱਲਾਂ ਚੱਲਦੀਆਂ ਨੇ ਜਿੱਥੇ ਆਮ ਬੰਦਾ ਨਹੀਂ ਕਰ ਸਕਦਾ। ਇਹ ਚੀਜ਼ ਹੋ ਸਕਦੀ ਸੀ ਕਨਫਲਿਕਟ ਵੀ ਉੱਥੇ ਦੇਖੋ ਮਿੱਟੀ ਦੇ ਭਾਅ ਲੈ ਲਈ ਤੇ ਹੁਣ ਇੱਥੋਂ ਹਾਈਵੇ ਲੰਘ ਰਿਹਾ ਤੇ ਹੁਣ ਇਹ ਕਰੋੜਾਂ ਦੀ ਹੋ, ਇਸ ਤਰ੍ਹਾਂ ਨਹੀਂ ਹੈਗਾ। ਆਪੋਜੀਸ਼ਨ ਜਿਵੇਂ ਮਰਜ਼ੀ ਗੱਲ ਕਰੀ ਜਾਵੇ, ਇਹ ਜਿਹੜੀ ਮੈਂ ਤੁਹਾਨੂੰ ਸਮਝਾ ਰਿਹਾ ਗੱਲ, ਇਹਦੇ ਵਿੱਚ ਦੀ ਅਸੀਂ ਲੰਘੇ ਆ ਆਪ ਫਸਟ ਹੈਂਡ। 16 ਐਵਨਿਊ ਤੇ ਨਾਰਥ ਵਾਲੇ ਪਾਸੇ ਨੂੰ ਐਨਸੀਪੀ ਸੀ, ਜਿਹਦੇ ਵਿੱਚ ਕੈਂਪਲ ਹਾਈਟ ਬਿਜ਼ਨਸ ਪਾਰਕ ਆਉਂਦਾ 192 ਦਾ ਏਰੀਆ, ਜਿਹੜਾ 16 ਤੋਂ 32 ਤੇ 40 ਦੇ ਵਿੱਚ, ਤੇ 16 ਤੋਂ ਸਾਊਥ ਵਾਲੇ ਪਾਸੇ ਐਨਸੀਪੀ ਨਹੀਂ ਸੀ। ਤੇ ਜਦ ਐਪਲੀਕੇਸ਼ਨ ਲੈ ਕੇ ਜਾਂਦੇ ਉਹ ਕਹਿੰਦੇ ਨਾ 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 ਇੱਥੇ ਇਹ ਨਹੀਂ ਹੋ ਸਕਦਾ, ਇਹ ਕਿਵੇਂ ਹੋ ਜੂ, ਇੱਥੇ ਤਾਂ ਹਾਲੇ ਐਨਸੀਪੀ ਹੈ ਨਹੀਂ, ਬਹੁਤ ਇਸ਼ੂ ਹੈ, ਸਪੈਸ਼ਲ ਏਰੀਆ ਇੱਥੇ ਦੀ ਕੈਂਬਲ ਲਿਟਲ ਕੈਂਬਲ ਜਿਹੜਾ ਰਿਵਰ ਲੰਘਦਾ, ਇੱਥੇ ਮੱਛੀਆਂ ਨੇ ਜੀ, ਇੱਥੇ ਬੇਹ ਨੇ ਤੇ ਇੱਥੇ ਬੋਹ ਨੇ। ਜਿੱਦਣ ਡਾਢਿਆਂ ਨੇ ਕਰ ਲਈ ਇਕੱਠੀ 80-90 ਏਕੜ, ਅਗਲੇ ਕਹਿੰਦੇ ਲਓ ਜੀ ਹੁਣ ਅਸੀਂ ਇੱਥੇ ਟਰੱਕਾਂ ਦੀ ਪਾਰਕਿੰਗ ਬਣਾਉਣੀ ਹੈ। ਰੌਲਾ ਪੈ ਗਿਆ, ਉਹ ਕਹਿੰਦੇ ਨਾ ਨਾ ਹੁਣ ਇਹ ਜ਼ੋਨਿੰਗ ਇਹਦੀ ਅਸੀਂ ਸੋਚ ਰਹੇ ਹਾਂ, ਇਹ ਸਾਡੇ ਟੇਬਲ ਤੇ, ਉਹਦੇ ਲਈ ਸਪੈਸ਼ਲ ਅਫੀਸਰ ਲਾਤਾ। ਗੁਆਂਢੀ ਜਾਣ ਲੱਗ ਗਏ, ਕੀ ਕਰੋ ਜੀ, ਕੀ ਕਰ ਰਹੇ ਹੋ ਉੱਥੇ 5 ਏਕੜ 10 ਏਕੜਾਂ ਵਾਲੇ? ਉਹ ਕਹਿੰਦੇ ਵੀ ਉੱਥੇ ਪਾਰਕਿੰਗ, ਕਹਿੰਦੇ ਪਾਰਕਿੰਗ ਨਹੀਂ ਫਿਰ ਰੈਜ਼ੀਡੈਂਸ ਬਣਾ ਦਿੰਦੇ ਆ, ਰੈਜ਼ੀਡੈਂਸ਼ੀਅਲ ਬਣਾ ਦਿੰਦੇ। ਹਾਂ ਵੀ ਤੇਰੇ ਕਿੰਨੇ ਨੇ 5 ਏਕੜ, ਲੈ ਤੇਰੇ ਵੀ ਕੱਢ ਦੇਣਗੇ। 2-2 2.5 ਲੱਖ ਡਾਲਰ ਨੂੰ ਲਈ ਹੋਈ ਜ਼ਮੀਨ ਅੱਜ ਕੋਈ 3.5 ਮਿਲੀਅਨ ਨੂੰ ਨਹੀਂ ਵੇਚਦਾ। ਜਿਹੜੀ ਜ਼ਮੀਨ 17-18 ਮਿਲੀਅਨ ਦੀ ਲਈ ਹੈ ਉਹਦਾ ਅੱਜ 200 ਮਿਲੀਅਨ ਅਗਲੇ ਮੰਗਦੇ। ਸਾਲ ਹਲੇ 4 ਨਹੀਂ ਹੋਏ ਪੈਸੇ ਦਿੱਤੇ। ਇਹਨੂੰ ਕਹਿੰਦੇ ਕਨਫਲਿਕਟ। ਕਿਉਂ ਅਗਲੇ ਦਿੰਦੇ ਆ ਗੇੜਾ? ਕਿਉਂਕਿ ਉਹਨਾਂ ਨਾਲ ਯਾਰੀਆਂ ਅੰਦਰ ਵਾਲੇ ਨਾਲ ਸੀ, ਉਹਨਾਂ ਨੂੰ ਪਤਾ ਸੀ ਅਸੀਂ ਇੱਥੇ ਕਿਵੇਂ ਘਮਾਉਣੀ ਆ ਕਹਾਣੀ। ਇਹਨੂੰ ਕਨਫਲਿਕਟ ਕਹਿੰਦੇ। ਇੱਕ ਓਪਨ ਮਾਰਕੀਟ 'ਚ ਲੱਗੀ ਚੀਜ਼ ਨੂੰ ਪੂਰੀ ਪ੍ਰਾਈਸ ਤੇ ਲੈਣਾ, ਉਹ ਕਨਫਲਿਕਟ ਨਹੀਂ ਹੁੰਦਾ, ਕਦੇ ਵੀ ਨਹੀਂ ਹੁੰਦਾ। ਜਿਹੜਾ ਮਰਜ਼ੀ ਲੈ ਲਵੇ, ਇਸ ਤਰ੍ਹਾਂ ਹੁੰਦਾ। ਇੱਕ ਸੱਟ ਹੀ ਮਤਲਬ ਟਰੱਕ ਭਰ ਜਾਂਦਾ ਨੋਟਾਂ ਦਾ ਇੰਨੇ ਪੈਸਿਆਂ ਨਾਲ। ਚਲੋ ਇਹ ਨਹੀਂ ਗੱਲ ਹੈ ਡਾਲਰ ਤੁਹਾਨੂੰ ਕਿੰਨੀ ਕੁ ਖੁਸ਼ੀ ਦਿੰਦੇ ਨੇ, ਜਿਹੜੇ ਜਿੱਥੇ ਗਏ ਨੇ ਉਹ ਕਿੰਨੇ ਕੁ ਖੁਸ਼ ਨੇ ਜਾਂ ਕਿੰਨੇ ਕੁ ਹੋਣ ਨੇ, ਕਿੰਨੇ ਕੁ ਹੋਣਗੇ ਤਾਂ ਸਮਾਂ ਦੱਸੂ। ਹੁਣ ਵੀ ਪਤਾ ਹੀ ਆ ਵੀ ਕਿੰਨੇ ਕੁ ਦੀਵੇ ਜਗਦੇ ਆ, ਪਰ ਮੈਂ ਤੁਹਾਨੂੰ ਦੱਸਦਾ ਵੀ ਕਹਾਣੀ ਕੀ ਹੈ। ਇਸ ਤਰ੍ਹਾਂ ਕਹਾਣੀਆਂ ਬਣਦੀਆਂ। ਉਹ ਜਿਨ੍ਹਾਂ ਦਾ ਜ਼ੋਰ ਹੈ ਉਹ ਕਰ ਦਿੰਦੇ ਨੇ ਵੀ ਦੇਖੋ ਜੀ ਅਸੀਂ ਬਿਗ ਪਲੇਅਰ ਆ, ਸਾਡੇ ਕੋਲ 100 ਏਕੜ ਆ, ਅਸੀਂ ਇੱਥੇ ਬਣਾਉਣਾ ਚਾਹੁੰਦੇ ਹਾਂ, ਦੇਖੋ ਜੀ ਲੈਂਡ ਹੈ ਨਹੀਂ ਇੰਡਸਟਰੀਅਲ, ਅਸੀਂ ਬਣਾਵਾਂਗੇ ਜੀ, ਇਹਦੇ 'ਚ ਅਸੀਂ ਆਹ ਕਰ ਦਾਂਗੇ, ਟਰੱਕ ਪਾਰਕਿੰਗ ਬਣਾ ਦਾਂਗੇ ਜੀ, ਟਰੱਕ ਪਾਰਕਿੰਗ ਦਾ ਬਹੁਤ ਇਸ਼ੂ ਆ, 100 ਕਿੱਲੇ ਟਰੱਕ ਪਾਰਕ ਬਣਾ ਦਾਂਗੇ ਅਸੀਂ। ਗੱਲ ਚੱਲ ਪਈ, ਚੱਲ। ਤੇ ਅੱਜ ਜਿਹਦੀ ਵੇਟ ਹੈ ਇੰਡਸਟਰੀਅਲ ਲੈਂਡ ਦੀ, ਸਭ ਤੋਂ ਘੱਟ ਸਰੀ ਦੇ ਵਿੱਚ ਇੰਡਸਟਰੀਅਲ ਲੈਂਡ ਹੈ ਜਿਹਦੀ ਵੇਟ ਆ ਹਲੇ, ਜਿਹੜਾ ਰੈਡੀ ਟੂ ਡਿਵੈਲਪ ਆ, ਜਿੱਥੇ ਤੁਸੀਂ ਜਾ ਕੇ ਵੇਅਰ ਹਾਊਸ ਛੱਪ ਸਕਦੇ ਹੋ, 4-4.5 ਮਿਲੀਅਨ ਦਾ ਏਕੜ ਮਿਲ ਰਿਹਾ, ਜਿਹਦੀ ਵੇਟ ਆ ਸਾਲ 2 ਸਾਲ ਦੀ, 3 ਮਿਲੀਅਨ ਤੋਂ ਘੱਟ ਕੋਈ ਵੀ ਨਹੀਂ ਉੱਥੇ ਵੇਚ ਰਿਹਾ। 192 ਤੋਂ ਬਾਰਡਰ ਤੱਕ ਤੇ 16 ਤੋਂ ਥੱਲੇ 7-8 ਤੱਕ ਬਾਕੀ ਐਗਰੀਕਲਚਰ ਲੈਂਡ। ਬੰਨੇ ਨਾਲ ਉਰਲੇ ਬੰਨੇ 3 ਮਿਲੀਅਨ ਦਾ, ਬੰਨਾ ਟੱਪ ਕੇ ਜਿੱਥੇ ਐਗਰੀਕਲਚਰ ਲੈਂਡ ਆ ਉਹਦਾ 2 ਲੱਖ ਵੀ ਨਹੀਂ ਦਿੰਦਾ। ਇਹਨੂੰ ਕਹਿੰਦੇ ਨੇ ਐਨਸੀਪੀ, ਇਹਨੂੰ ਕਹਿੰਦੇ ਨੇ ਡਾਢਿਆਂ ਦਾ ਜ਼ੋਰ। ਕਰ ਲੋ ਕਨਫਲਿਕਟ। ਬੇਸ ਆ ਉਹਨਾਂ ਕੋਲ, ਪੇਪਰ ਆ ਖਿਡਾਰੀਆਂ ਕੋਲ, ਉਹ ਕਹਿੰਦਾ ਉਹਨਾਂ ਨੂੰ ਲੈਂਡ ਸ਼ਾਰਟੇਜ ਬਹੁਤ ਹੈ ਜੀ, ਅਸੀਂ ਕੀ ਕਰੀਏ? ਨੌ ਨਹੀਂ ਹੋਣਾ, ਕਿਤੇ ਥੇ ਨਹੀਂ ਹੋਣਾ, ਕਨਫਲਿਕਟ ਤੁਸੀਂ ਪਾ ਨਹੀਂ ਸਕਦੇ, ਟੱਬਰ ਨਹੀਂ ਕੋਈ ਹੈ। ਉਹ ਯਾਰੀਆਂ ਪੂਰੀਆਂ ਨੇ। ਜੇ ਹੁਣ ਕੋਈ ਟੱਬਰ ਦੇ ਵਿੱਚ ਓਪਨਲੀ ਇਹ ਕਹਿ ਰਿਹਾ ਵੀ ਹਾਂ ਸਾਡੇ ਪਰਿਵਾਰ ਨੇ ਲਈ ਹੈ ਤੇ ਅਸੀਂ ਇਹ ਹੁਣ ਕਿਹੜਾ ਸ਼ੁਰੂ ਕੀਤਾ, 20 ਸਾਲਾਂ ਦਾ ਬਿਜ਼ਨਸ 25 ਦਾ ਕਰ ਰਹੇ ਹਾਂ, ਜੇ ਉਈਓ ਡਰੈਗ ਕਰਨਾ ਕਿਸੇ ਨੂੰ ਫਿਰ ਉਹ ਮਰਜ਼ੀ ਹੈ। ਪਰ ਕਨਫਲਿਕਟ ਦੀ ਤੁਹਾਨੂੰ ਮੈਂ ਕਹਾਣੀ ਅੱਗੇ ਵੀ ਸਮਝਾਈ ਹੈ, ਹੁਣ ਵੀ ਸਮਝਾਉਣਾ ਵੀ ਇਉਂ ਹੁੰਦਾ। ਇਹ ਐਵੇਂ ਨਹੀਂ ਜਿਹੜੇ ਕਦੇ 8 ਲੱਖ ਦੀਆਂ, ਕਦੇ 9 ਲੱਖ ਦੀਆਂ, ਕਦੇ ਆਹ ਕਰਨਾ ਅਸੀਂ ਉਹ ਕਰਨਾ, ਅਸੀਂ ਮੈਂਸ਼ਨ ਪਾ ਲਏ, ਅਸੀਂ ਇਹ ਪਾ ਲਏ। ਹੱਕ ਵਾਲੇ ਵੀ ਪਾਉਂਦੇ ਨੇ, ਪਰ ਜਿਨ੍ਹਾਂ ਦੇ ਨੌਹਾਂ 'ਚ ਹਲੇ ਸੀਮੈਂਟ ਨਹੀਂ ਨਿਕਲਿਆ ਨਾ, ਇੱਥੇ ਲਾਉਂਦੇ ਫਿਰਦੇ ਸੀ, ਹੱਥੀਂ ਕਰਦੇ ਫਿਰਦੇ ਸੀ, ਅੱਜ ਉਹ ਦਿਖਾਉਂਦੇ ਆ ਅਮੀਰੀ, ਐਂ ਜੁਗਾੜ ਕਰਦੇ ਸੈਕਟਰ। ਇਹ ਸ਼ਹਿਰ ਦੇ ਵਿੱਚ ਇਉਂ ਗੇਮ ਘੁੰਮਦੀ ਆ, ਫਿਰਕੀ ਘੁਮਾ ਦਿੰਦੇ ਅਗਲੇ।
ਲੋਟਾਂ ਨੂੰ ਲੈ ਲਓ, ਲੋਟਾਂ ਦੇ ਲਈ ਉਹਦੇ ਬਾਅਦ ਟਾਊਨ ਹਾਊਸ ਬਣਾ ਦਿਓ ਤੇ ਬਣ ਗਏ ਪੈਸੇ। ਬਸ ਇੱਕ ਸੱਟ 'ਚ ਟਾਊਨ ਹਾਊਸਾਂ ਦੇ ਗਾਹਾਂ ਕੌਂਡੋ ਬਣਾ ਲਓ, ਫੇਰ ਬਣ ਗਏ ਪੈਸੇ। ਡਾਢੇ ਦਾ 27-100 ਆ। ਜਿਹੜੀ ਗੱਲ ਕਹਿੰਦੇ ਅਮੀਰਾਂ ਦੇ ਨਾਲ ਆਮ ਮੱਧ ਵਰਗੀ ਪਰਿਵਾਰ ਤਾਂ ਗੱਲ ਨਹੀਂ ਕਰ ਸਕਦਾ। ਇਸ ਤਾਂ ਘਰ ਇੱਕ ਬੰਦੇ ਨੇ ਇੱਕ ਛੱਤਣਾ। ਪਰ ਮੈਂ ਤੁਹਾਨੂੰ ਸਮਝਾਉਣਾ ਵੀ ਕਹਾਣੀਆਂ ਕਿਵੇਂ ਘੁੰਮਦੀ। ਉੱਥੇ ਇੱਕ ਨਹੀਂ ਰਗੜੇ, ਬਹੁਤ ਰਗੜੇ ਜਿਨ੍ਹਾਂ ਨੂੰ ਪਤਾ ਨਹੀਂ ਸੀ ਇੱਥੇ ਕੀ ਹੋ ਰਿਹਾ, ਕਿਉਂਕਿ ਸ਼ਹਿਰ ਤਾਂ ਦੱਸ ਨਹੀਂ ਸੀ ਰਿਹਾ। ਸ਼ਹਿਰ ਤਾਂ ਕਹਿੰਦਾ ਨੋ ਇੱਥੇ ਐਨਸੀਪੀ ਨਹੀਂ ਹੈ, ਓਸੀਪੀ ਨਹੀਂ ਹੈ। ਅਗਲਾ ਕਹਿੰਦਾ ਕਿਹੜਾ ਹੋਲਡਿੰਗ ਲਊਗਾ। 8-8 ਸਾਲ ਦੇ ਕੇ ਕਿਸ਼ਤਾਂ ਜਾਂ ਨੇੜੇ ਗੱਲ ਲੱਗੀ, ਅਗਲੇ ਐ ਝੜੱਪਾ ਮਾਰ ਕੇ ਉਹ ਗਏ, ਉਹ ਲੈ ਗਏ, ਖਤਮ ਕਹਾਣੀ। ਵਿੱਚੋਂ 2-4 ਜਿਹੜੇ ਸੀ ਰਲ ਕੇ ਉਹਨਾਂ ਦਾ ਲੱਕ ਟੁੱਟ ਗਿਆ। ਉਹ ਰਾਸਾਂ ਕਰਨ ਲੱਗੇ ਗੁਰਦੁਆਰੇ, ਆਪਾਂ ਇਕੱਠੇ ਹੋ ਜੀ, ਆਪਾਂ ਇਹ 'ਚ ਲੀਨ। ਅੱਜ ਸਾਲ 3 ਹੋਏ ਨੇ, ਸਾਰਿਆਂ ਦੇ ਬਣ ਜਾਣੇ ਸੀ। ਉਹ ਮਾੜਾ ਜਿਹੜਾ ਪਾਰਟਨਰ ਆ ਉਹ ਵੀ ਮਾਰ ਲੈਂਦਾ। ਉਹਦੇ ਬਾਅਦ ਜਿਹੜੇ ਡਾਢੇ ਤੁਹਾਡੀ ਲਗੜ ਪੈ ਜਾਣ, ਐਡੀ ਵੱਡੀ ਪੀਸ ਆਫ ਪ੍ਰਾਪਰਟੀ ਕਿੱਥੇ ਤੁਹਾਨੂੰ ਲੱਭਦੀ ਹੈ ਜੇ ਤੁਸੀਂ 50-100 ਏਕੜ ਇਕੱਠਾ ਕਰੀ ਬੈਠੋ। ਅਗਲਾ ਕਹਿੰਦਾ ਚੱਕ ਲਓ, ਲੱਕ ਤੋਂ ਹੈ ਕੌਣ ਨੇ ਇਹ। ਵੱਡੀਆਂ ਕੰਪਨੀਆਂ ਤੋਂ ਤਾਂ ਕੰਨ ਭੰਦੇ ਆ, ਮਾੜੇ ਨੂੰ ਤਾਂ ਚੱਬ ਦਿੰਦੇ ਨੇ ਲੋਕ। ਇਹਦਾ ਪਲਾਸ ਹੱਥ 'ਚ ਰੱਖਣਾ ਪੈਂਦਾ ਵੀ ਦੰਦ ਨੂੰ ਪਾਵੇ ਮੂਹਰੋਂ ਜਦ ਕੋਈ ਦੰਦੀ ਵੱਢਣ ਲੱਗੇ। ਤਾਂ ਜਦ ਤੱਕ ਤੁਸੀਂ ਨਾਸਾਂ ਨਹੀਂ ਭੰਦੇ, ਜਦ ਤੱਕ ਨਹੀਂ ਹਟਦਾ। ਨਹੀਂ ਤਾਂ ਇੱਥੇ ਤੇ ਉੱਥੇ ਵਾਲੀ ਕਹਾਣੀ ਇੱਕੋ ਹੀ ਹੈ। ਉਹ ਕਹਿੰਦਾ ਪਲਾਟ ਹੋਊ, ਕਹਿੰਦਾ ਪਤਾ ਨਹੀਂ ਕਿਤੇ ਸਾਡੀ ਬਿਲਡਿੰਗ ਥੱਲੇ ਤਾਂ ਨਹੀਂ ਆ ਗਿਆ। ਪੰਜਾਬ ਕਹਿੰਦੇ ਨੇ ਇੱਥੇ ਵੀ ਇਸ ਤਰ੍ਹਾਂ ਕਾਇਮ ਹੋ ਕੇ ਰਿਹਾ ਕਰੋ ਤੇ ਜਿਹੜੀ ਚੀਜ਼ ਤੇ ਬੈਠੇ ਹੋ ਬੈਠੇ ਰਹੋ, ਜਿਗਰੇ ਨਾਲ ਬੈਠੋ, ਕਦੇ ਸੋਨਾ ਬਣੂਗਾ। ਐਵੇਂ ਨਾ ਕਿਤੇ ਬੜਿਆਂ ਦੇ ਭੁਲੱਥੇ 'ਚ ਆ ਕੇ ਅਮੀਰ ਆ ਲੈ ਜੂ ਦਿਓ ਨਾ ਕਿਸੇ ਨੂੰ ਜ਼ਮੀਨ। ਜੇ ਬਹਿ ਗਏ ਤਾਂ ਬਹਿ ਜਾਓ ਉੱਥੇ, ਔਖੇ ਹੋਵੋ ਸੌਖੇ ਹੋਵੋ, ਨੱਪ ਲਓ। ਸੋਗਮਈ ਕੋਈ ਸੂਚਨਾ ਦੇਣੀ ਚਾਹੁੰਦੇ ਆ ਕਿ ਪਰਮ ਮਿੱਤਰ ਸਰਦਾਰ ਬਲਵਿੰਦਰ ਸਿੰਘ ਔਲਖ ਜਿਹੜੇ ਸੋਏ ਸੀ ਹੁਣ ਕਲੋਨੇ ਰਹਿੰਦੇ ਆ, ਉਹਨਾਂ ਦੇ ਸਤਿਕਾਰਯੋਗ ਸਾਹਿਬ ਸਰਵਣ ਸਿੰਘ ਮੱਲੀ ਸਵਰਗਵਾਸ ਹੋ ਗਿਆ ਜੀ 4 ਤਰੀਕ ਨੂੰ। ਤੇ ਸੰਸਕਾਰ ਆ ਜਿਹੜਾ ਐਤਵਾਰ 10 ਤਰੀਕ ਨੂੰ 3 ਵਜੇ ਆ ਐਬਸਫੋਰਡ ਦੇ ਵਿੱਚ 361 ਰਿਵਰਸਾਈਡ ਡਰਾਈਵ ਤੇ, ਰਿਵਰਸਾਈਡ ਰੋਡ ਤੇ ਭੋਗ 5 ਵਜੇ ਗੁਰਦੁਆਰਾ ਕਲਗੀਧਰ ਦਰਬਾਰ ਸਾਹਿਬ ਆ 30640 ਜਿਹੜਾ ਬਲੂ ਰਿਜ ਡਰਾਈਵ ਆ। ਜਗਦੀਸ਼ ਸਿੰਘ ਮੱਲੀ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ 5593772167 559 377 2160 ਜਾਂ ਬਲਵਿੰਦਰ ਸਿੰਘ ਔਲਖ 250 498 1335 250 498 1335। ਤੇ ਇੱਕ ਹੋਰ ਸੋਗਮਈ ਸੂਚਨਾ, ਸਰਦਾਰਨੀ ਪ੍ਰੀਤਮ ਕੌਰ ਔਜਲਾ ਪਤਨੀ ਸਵਰਗਵਾਸੀ ਸਰਦਾਰ ਤਰਲੋਕ ਸਿੰਘ ਔਜਲਾ, ਪਿਛਲਾ ਪਿੰਡ ਨੰਗਲ, ਫਤਿਹ ਖਾਨ, ਜ਼ਿਲ੍ਹਾ ਜਲੰਧਰ, ਤੇ ਅਕਤੂਬਰ 2 ਨੂੰ ਸਵਰਗਵਾਸ ਹੋਏ ਨੇ। ਉਹਨਾਂ ਦਾ ਵੀ ਫਿਊਨਰਲ ਜਿਹੜਾ ਫਰੇਜ਼ਰ ਰਿਵਰ ਫਿਊਨਰਲ ਹੋਮ ਦੇ ਵਿੱਚ ਹੈ ਐਬਸਫੋਰਡ। ਪਲੀਜ਼ ਜਦ ਭੇਜਦੇ ਉਹਨੂੰ ਇਨਫੋਰਮੇਸ਼ਨ ਪੂਰੀ ਭੇਜਿਆ ਕਰੋ, ਨਾ ਦਿਨ ਭੇਜਿਆ ਸੰਸਕਾਰ ਦਾ, ਨਾ ਸਮਾਂ ਭੇਜਿਆ ਸੰਸਕਾਰ। ਡੈਥ ਦੀ ਡੇਟ ਦਿਨ ਭੇਜਦੀ ਪਰ ਸੰਸਕਾਰ ਦੀ ਡੇਟ ਨਹੀਂ ਭੇਜੀ। ਤੇ ਜਸਵੀਰ ਸਿੰਘ ਔਜਲਾ 604 600 600 1698 ਤੇ ਮਿਸਟਰ ਅਠਵਾਲ 778 558 52 77 778 558 5277 ਤੇ ਦੁਬਾਰਾ ਭੇਜ ਦਿਓ ਜੀ ਇਨਫੋਰਮੇਸ਼ਨ। ਮੈਂ ਦੱਸ ਦਾਂਗਾ ਵੀ ਸੰਸਕਾਰ ਕਦ ਹੈ ਸਰਦਾਰਨੀ ਪ੍ਰੀਤਮ ਕੌਰ ਔਜਲਾ ਦਾ। ਸਰ ਬੂਟਾ ਸਿੰਘ ਸ਼ਾਹ ਜੀ ਦੀ ਕਹਾਣੀ ਸਕੇ ਭਰਾ। ਵਿਹੜੇ 'ਚ ਸਿੱਧੂ ਦਾ ਕੰਮ ਸਿਰ ਸੱਟ ਸੀ, ਪੂਰਾ ਸੌਖਾ, ਘਰ ਖੁੱਲਾ ਤੇ ਪੱਕਾ, ਬਾਹਰ 'ਚ ਮੋਟੇ ਫੱਟਿਆਂ ਦੀ ਜੋੜੀ, ਬੁਖਾਰੀ ਦਾਣੇ ਨਾਲ ਭਰੀ ਰਹਿੰਦੀ। ਸਿੱਧੂ ਦੇ ਗੁਜ਼ਾਰੇ ਦੀਆਂ ਗੱਲਾਂ ਦੂਜੇ ਵਿਹੜਿਆਂ 'ਚ ਵੀ ਹੁੰਦੀਆਂ। ਸਿੱਧੂ ਭਾਗ ਸਿੰਘ ਦੇ ਬਾਪੂ ਦਾ ਸੀ ਉਮਰ ਉਸਨੇ ਸੰਤੋਖ ਸਿੰਘ ਦੇ ਨਾਲ ਹੀ ਕੱਟੀ। ਇੱਕ ਵਾਰ ਨਿਖੜਨ ਦੀ ਵੀ ਸਹੁੰ ਨਹੀਂ ਪੰਨੀ, ਕਈ ਤੁਰਦੇ ਘਰ ਉਹਦੇ ਹਾੜੇ ਕਰਦੇ, ਸਿੱਧੂ ਸਾਡੇ ਨਾਲ ਕਰ ਲਾ ਸੀਰ ਨਾ ਬਈ।
ਕੰਨ 'ਚ ਗੱਲ ਨਾ ਪਾਉਂਦਾ ਸਿੱਧੂ, ਲਾਲਚ ਦੇ ਤਾਂ ਥੁੱਕਦਾ ਵੀ ਨਹੀਂ ਸੀ। ਇੱਕ ਵਾਰ ਵੱਢ ਖਾਣਾ ਉਹਦੇ ਬਾਹਲਾ ਹੀ ਖੜੇ ਪੈ ਗਿਆ, ਬੇਲੀਆ ਤੁਸੀਂ ਬੰਦੇ ਖੋਟੇ ਹੋ। ਸਿੱਧੂ ਨੇ ਕਿਹਾ ਕਿਉਂ? ਮਜ਼੍ਹਬੀਆਂ ਤੋਂ ਭੈੜੇ ਕੰਮ ਕਰਾਉਂਦੇ ਹੋ, ਕੀ ਦਾਰੂ ਕਢਾਉਣੇ ਹੋ? ਸੰਤੋਖ ਸਿੰਘ ਦੇ ਘਰ ਨਾਲ ਸ਼ਰਾਬ ਨਾਲ ਮਾਸ ਵੜਦਾ, ਗੁਰਬਾਣੀ ਚੱਲਦੀ ਹੈ, ਸਧਾਰਨ ਪਾਠ ਸਦਾ ਹੀ ਚੱਲੀ ਜਾਂਦਾ। ਸਿੱਧੂ ਸਦਾ ਹੀ ਕਹਿੰਦਾ। ਸਿੱਧੂ ਬੁੜਾ ਹੋ ਗਿਆ, ਸਰੀਰ ਹਾਰ ਗਿਆ, ਉਹਨੇ ਬੜਾ ਲੜਕਾ ਕਪੂਰਾ ਸਰੀਰ ਲਾ ਦੇਣਾ ਚਾਹਿਆ। ਮੈਂ ਨਹੀਂ ਰਲਦਾ ਉਹਨਾਂ ਨਾਲ, ਉਹਨਾਂ ਦੀ ਕੋਈ ਜੂਨ ਹੈ ਨਖਾਰਿਆਂ ਦੀ। ਕਪੂਰਾ ਖੜਾ ਹੀ ਲੱਤ ਚੱਕ, ਪਰ ਜਵਾਨ ਸੀ, ਪਿੰਡੇ ਤੇ ਕਾਲੀ ਲੱਸ ਮਾਰਦੀ, ਨਾਸਾਂ ਗਿੱਦੜ ਦੀ ਖਾਡਾਂ ਨੂੰ ਚੌੜੀਆਂ ਹੋ, ਸਾਰੇ ਮੂੰਹ ਤੇ ਫੈਲ ਤਕੜਾ ਹੋ ਗਿਆ। ਸਿੱਧੂ ਪਮੱਥਰ ਗਿਆ। ਕਪੂਰਾ ਪਹਿਲੀ ਵਾਰ ਮੂੰਹ ਬੋਲਿਆ, ਉਹਦੀਆਂ ਚੌੜੀਆਂ ਨਾਸਾਂ ਫਿਣਸੀ ਨਾਲ ਭਰੀਆਂ ਬਥਾੜ ਸਿੱਧੂ ਦਾ ਮੂੰਹ ਚੜਾ ਰਿਹਾ। ਹੋਰ ਕਿਹਦੇ ਨਾਲ ਆਏਗਾ? ਸਿੱਧੂ ਦਾ ਗਲ ਭਰ ਗਿਆ। ਸ਼ੇਰੂ ਕਿਆ ਨਾਲ? ਉਹ ਤਾਂ ਡਾਕੂ ਹੈ, ਭੈੜੇ ਕੰਮ ਕਰਾਉਂਦੇ ਆ, ਕਮਾਈ ਉਹਨਾਂ ਦੀ ਭੈੜੀ ਹੈ। ਸਿੱਧੂ ਚੌਕਿਆ। ਕਪੂਰਾ ਮੰਨੇ ਨਾ, ਸਿੱਧੂ ਚੁੱਪ ਵੱਟ ਗਿਆ। ਪੂਰਾ ਚੁੱਪ ਕਰਕੇ ਸ਼ੇਰ ਕਿਆ ਨਾਲ ਰਲ ਗਏ। ਸਿੱਧੂ ਗੁੱਸੇ 'ਚ ਕਮਲਾ ਹੋ ਗਿਆ, ਪਰ ਜਵਾਨ ਕਪੂਰੇ ਦੇ ਖੰਗਰ ਵਰਗੇ ਚਿਹਰੇ ਵੱਲ ਝਾਕ ਕੇ ਚੁੱਪ ਹੋ ਜਾਂਦਾ। ਬਰਾਬਰ ਦਾ ਸ਼ਰਮ ਨਾਲ ਧਰਤੀ 'ਚ ਲੱਤ ਗਿਆ, ਲੂਈ ਪਾੜ ਗਈ। ਸਾਰੇ ਵਿਹੜੇ 'ਚ ਚਵਾਚਵੀ ਹੋਣ ਲੱਗ ਗਈ। ਲੋਕ ਮੂੰਹ 'ਚ ਗੱਲਾਂ ਕਰਦੇ, ਯਾਰੀ ਦੀਆਂ ਗੱਲਾਂ ਹੋਣ ਲੱਗੀਆਂ। ਬੱਗੀ ਦਾੜੀ ਨੂੰ ਹੱਥ ਪੈ ਗਿਆ। ਸੰਤੋਖ ਸਿੰਘ ਸਾਹਮਣੇ ਅੱਖ ਨਾ ਚੱਕ। ਕਿਵੇਂ ਸੁਰਸਿਆ? ਬਹੁਤ ਦਾਸ ਰਹਿਣਾ ਹੈ? ਸੰਤੋਖ ਸਿੰਘ ਨੇ ਪੁੱਛਿਆ। ਉਹਦਾ ਨੂਰੀ ਤੇ ਸੰਤੁਸ਼ਟ ਮੱਥੇ ਤੇ ਖੇੜਾ ਸੀ। ਚਿੱਟਾ ਕੁਰਤਾ ਪਜਾਮਾ, ਉੱਪਰ ਦੀ ਬਾਸਕਟ, ਚਿੱਟਾ ਹੀ ਸਾਫਾ, ਦਖੱਲੀ ਜੁੱਤੀ, ਹੱਥ 'ਚ ਮੋਟਾ ਕੜਾ, ਇੱਕ ਹੱਥ 'ਚ ਛਾਪ, ਤੇ ਹਰ ਵਕਤ ਵਧੀਆ ਗੱਲਾਂ ਕਰਨ ਵਾਲਾ, ਚੜ੍ਹਦੀ ਕਲਾ, ਲਾਲੀ ਭਾ ਮਾਰਦੀ ਮੂੰਹ ਤੇ, ਨੂਰੀ ਚਿਹਰਾ ਸੀ। ਕਿਵੇਂ? ਕੋਈ ਸਰੀਰ ਨੂੰ ਤਾਂ ਨਹੀਂ ਅਚਾ ਹੋ ਗਈ? ਕਾਲਾ ਹੀ ਹੋ ਗਿਆ ਹੈ ਬਈ। ਸਿੱਧੂ ਦੇ ਗਲ 'ਚ ਗੱਲ ਸੌਰਾ ਨਾਸਾਂ ਜੀ ਆਲਾ। ਸਿੱਧੂ ਨੇ ਗੱਲ ਵਿੱਚੇ ਕਰ, ਕਿਉਂ ਬੋਲਦਾ ਅੱਗੇ ਕੁਛ? ਸੰਤੋਖ ਸਿੰਘ ਚਿੰਤਾਤੁਰ ਹੋ ਗਿਆ। ਸੰਤੋਖ ਸਿੰਘ ਸਮਝ ਨਾ ਸਕਿਆ ਕਿਹਦੀ ਗੱਲ ਕਰਦਾ। ਨਹੀਂ ਭੈੜਿਆ, ਬੋਲ ਕੇ ਤਾਂ ਦੱਸ। ਮੈਨੂੰ ਗਵੱਜੀ ਨੇ ਲੋਕਾਂ 'ਚ ਖੰਝ ਜੋਗਾ ਨਹੀਂ ਛੱਡਿਆ, ਸਹੁਰੇ ਨੂੰ ਵਿਆਹ 'ਚ ਹੀ ਮੈਂ ਤਾਂ ਗਵਾਇਆ। ਝੁਰ ਰਿਹਾ ਸੀ, ਸਿਰ ਮਾਰ ਰਿਹਾ ਸੀ ਵੀ ਕਪੂਰੇ ਨੂੰ ਜੰਮਿਆ ਹੀ ਕਿਉਂ? ਐਡੀ ਯਾਰੀ ਸੀ, ਚਾਹੇ ਸੀਰੀਓ ਸੀ, ਪਰ ਭਾਈਆਂ ਵਰਗਾ ਪਿਆਰ ਸੀ ਸੰਤੋਖ ਸਿੰਘ ਨਾਲ। ਕਪੂਰੇ ਨੂੰ ਅੱਡ ਕਰਨ ਦਾ ਮਨ ਬਣਾਈ ਬੈਠਾ। ਉਹ ਕੋਈ ਨਹੀਂ, ਨਵੀਂ ਉਮਰ ਦਾ ਵੱਡਾ ਇਲਤਾ ਕਰਦਾ ਹੁੰਦਾ। ਮੈਂ ਆਖਿਆ ਪਤਾ ਨਹੀਂ ਕੀ ਹੋ ਗਿਆ। ਸਿੱਧੂ ਮਨ ਦੀ ਨਾ ਕਹਿ ਸਕਿਆ ਬਈ ਜਿਹਦੇ ਨਾਲ ਮੈਂ ਜ਼ਿੰਦਗੀ ਕੱਢੀ, ਉੱਥੇ ਮੁੰਡਾ ਜਵਾਬ ਕਿਉਂ ਦੇ ਗਿਆ? ਚੰਦਰੀ ਜਵਾਨ ਨਾ ਖੁੱਲੀ, ਰਿੱਝਦੇ ਪੱਕਦੇ ਡੁੱਬਦੇ ਤਰਦੇ ਨੂੰ 10 ਦਿਨ ਟੱਪ ਗਏ। 10 ਦਿਨ ਜਿਵੇਂ ਲੱਗੇ 10 ਜੋਗਾ। ਕੁੰਗੜ ਗਿਆ ਕੁੰਗੜ। ਸਿੱਧੂ ਇਕੱਠਾ ਹੋ ਗਿਆ। ਚੰਗੀ ਭਲੀ ਨੂੰ 10 ਦਿਨਾਂ 'ਚ ਪਛਾਣਨੀ ਔਖੀ ਹੋ ਗਈ, ਕਾਲਾ ਹੋ ਗਿਆ। ਬਗਦੇ ਆ ਸ਼ੇਰਾ ਆਪਣੀ ਤਾਂ ਵੱਢੀ ਗਈ। ਰਾਤ ਨੂੰ ਛੋਟੇ ਮੁੰਡੇ ਬਗਦੂ ਨੂੰ ਉਹਨੇ ਕਿਹਾ, ਬਾਪੂ? ਬਗਦੂ ਨੇ ਸਿਆਣਿਆਂ ਨੂੰ ਪੁੱਛਿਆ। ਵਧੀਆ ਨਾ ਛੇੜੂ ਸੀ, ਨਕਲ ਡਾਕੂਆਂ ਦੇ ਰਲ ਗਿਆ, ਧਰਤੀ ਵਾਂਗ ਉਹਦਾ ਦਿਲ ਫਟਿਆ। ਕਿਹਦੇ? ਸ਼ੇਰੂ ਕੇ। ਕਿਉਂ? ਬਗਦੂ ਮੰਜੇ ਤੋਂ ਬੁੜਕ ਕੇ ਚਿੱਤ ਹੋ ਗਿਆ। ਬਗਦੂ ਦਾ ਬਾਪੂ ਤੋਂ ਹੁਣ ਕੰਮ ਹਟਾਉਣਾ ਚਾਹੁੰਦਾ ਸੀ ਵੀ ਮੈਂ ਤੇ ਕਪੂਰੇ ਨੇ ਕੰਮ ਤੋਰਨਾ, ਤਾਂ ਹੀ ਉਹ ਭਾਗ ਸਿੰਘ ਦੇ ਮੱਝਾਂ ਦਾ ਛੇੜੂ ਬਣੇ। ਕਪੂਰਾ ਦਗਾ ਕਮਾ ਗਿਆ, ਉਹਦੀ ਮਰਜ਼ੀ। ਇਹ ਭਾਗ ਸਿੰਘ ਦਾ ਸੀਰ, ਉਹਨੂੰ ਇਹਦੀ ਕੀ ਬਾਣ ਹੈ? ਸਿੱਧੂ ਔਖਾ। ਇਹ ਸੀਰ ਨਹੀਂ ਛੱਡਣਾ ਬਾਪੂ, ਆਪਾਂ ਨੀ ਸ਼ੇਰੂ ਸ਼ਾਰੂ ਕੇ ਰਲਣਾ। ਉਹਨੂੰ ਕਲਸ਼ਨੇ ਨੂੰ ਕਿਵੇਂ ਬਣਾਈਏ? ਬਣਾ ਦਾਂਗੇ, ਤੂੰ ਉਹਨਾਂ ਦੇ ਪੈਸੇ ਮੋੜ ਦੇ। ਬਗਦੂ ਨੂੰ ਕਪੂਰੇ ਤੇ ਮਾਰ ਸੀ। ਮੈਨੂੰ ਕਿਹੜੇ ਦਿੱਤੇ ਆ ਨੱਬ? ਮੇਰੇ ਕੋਲ ਕਿੱਥੇ ਆ? ਹੋਰ ਕਿੱਥੇ ਰੱਖਤੇ? ਉਹ ਜਾਣੇ ਉਹਦਾ ਕੰਮ ਆਪਾਂ ਨੂੰ ਕੋਈ ਭੇਜ ਦਿੰਦਾ, ਕੋਈ ਨਾ ਹਟ ਜੂ। ਐਵੇਂ ਨਹੀਂ ਥੋੜਾ ਕਰ ਜਾਣ ਜਾਣੇ ਮੁੰਡਾ ਖੁੰਡਾ। ਸੋਧੀ ਨੇ ਕਪੂਰੇ ਦੀ ਬਾਹਰ ਕੀਤੀ। ਘਰ ਵਾਲੀ ਜਾ ਚੁੱਲ੍ਹੇ ਅੱਗੇ ਬੈਠੀ ਗੱਲਾਂ ਹੁੰਦੀ। ਮੁੰਡਾ ਖੁੰਡਾ, ਮੁੰਡਾ ਖੁੰਡਾ, ਸਾਰਾ ਦਿਨ ਚਬਲਾਈ ਜਾਂਦੀਆਂ ਸਾਲੇ ਨੂੰ। ਮਾਰੂ ਝਾੜ ਡਾਂਗਾ, ਸਾਲੇ ਦੀਆਂ ਚੱਪੜੀਆਂ ਤੋੜਨ ਕਹਿੰਦੇ ਜੇ ਉਹ ਮੁੰਡਾ। ਸਿੱਧੂ ਗੁੱਸੇ, ਕਿਉਂ ਕਲਪਦਾ? ਸੋਧੀਏ ਡਾਕੂ ਨਾਲ ਰਲ ਗਿਆ, ਜਿਹਨਾਂ ਦੇ ਦਰਖਤ ਚੱਟੇ ਨਹੀਂ ਹਰੇ ਹੁੰਦੇ, ਇਹਨਾਂ ਦਾ ਪਰਛਾਵਾਂ ਹੀ ਮਾੜਾ। ਦੌੜੀਓ ਕਲਸ਼ਣਾ ਉਸੇ ਘਰ ਨੂੰ ਟੀਸਨੇ ਮਾਰਦਾ ਜਿੱਥੇ ਮੇਰੀ ਕੱਢੀ ਸਾਰੀ ਖੂਚ ਪਾਤੀ। ਸਿੱਧੂ ਬਹੁਤ ਮਾਣ ਕਰਦਾ ਸੀ ਸੰਤੋਖ ਸਿੰਘ। ਮੈਂ ਕਿਹਾ ਨਾ ਔਖਾ ਹੋ, ਆਪੇ ਸੂਹਾ ਜੂ ਨਿਆਣਾ ਚੱਕ ਚਾਇਆ ਵਿਰਦਾ, ਵੀ ਟਿਕਣ ਨਹੀਂ ਦਿੰਦੇ। ਸੋਰੀਏ ਜੇ ਸੰਤੋਖ ਸਿੰਘ ਨਾਲ ਰਲਿਆ, ਮੈਂ ਵੇਖ ਲਾ ਖੂਜ ਛਾਲ ਮਾਰੂ। ਸਿੱਧੂ ਨੇ ਗੱਲ ਕੀਤੀ। ਦਸੱਲੂ ਛੱਡ ਤੇ ਬਜ਼ੁਰਗ ਅੱਖਾਂ 'ਚੋਂ ਪਾਣੀ ਪਰਨਾਲੇ ਵਾਂਗੂ ਗਿਆ। ਜੀਵਨ 'ਚ ਪਹਿਲੀ ਵਾਰ ਸਿੱਧੂ ਰੋਇਆ। ਮਾਂ ਪੁੱਤ ਸਿੱਧੂ ਨੂੰ ਰੋਣਾ। ਸਿੱਧੂ ਸਿਆ ਗੱਲ ਕੀ ਹੈ? ਚਾਚੇ ਦੇ ਲੜਕੇ ਬੁੱਧੂ ਨੇ ਆ ਕੇ ਕਿਹਾ। ਸਿੱਧੂ ਤਾਂ ਮਾਰ ਕੇ ਭਾਈ ਦੇ ਗੱਲ ਨੂੰ ਚਿੰਬੜਿਆ।
ਹੈ ਖੋਟੀ ਲਾਲ ਭੁੱਖੀ ਮਨ ਤੇ ਆਈ ਕਿਵੇਂ ਛੱਡੂਗਾ ਰਾਜਾ ਘਰ ਛਿੱਤਰਾਂ ਨਾਲ ਝੰਡ ਲਾ ਦਿਆਂਗੇ ਹੈ ਖਾ ਕਿਵੇਂ ਰੋਈ ਜਾਂਦਾ ਮੇਰੇ ਬੈਠੇ ਬਰਾਬਰ ਦੇ ਭਾਈ ਨਹੀਂ ਕਿਤੇ ਗਰੀਬੀ ਲੱਖ ਸੀ ਘਰ 'ਚ ਪਰ ਅਣਖ ਤੇ ਮਰਦਊਪਣਾ ਸਿਰ ਤੇ ਜਾ ਚੜ ਕੇ ਸਿੱਧੂ ਦੇ ਉਹਦੇ ਖਾਨਦਾਨ ਤੇ ਬੋਲ ਦੋਨਾਂ ਭਰਾਵਾਂ ਦੀ ਗੂੜੀ ਆ ਰਹੀ ਸੀ ਦੂਜੀ ਰਾਤ ਬੈਠ ਕੇ ਫੇਰ ਗੱਲਾਂ ਚੁੱਪ ਕਰ ਢਿੱਡਾ ਫਰਿਆ ਫੇਰ ਸਿੱਧੂ ਰੋਣ ਲੱਗੇ ਵੱਡੀ ਰਾਤ ਤੱਕ ਬੈਠਾ ਤੇ ਚੰਦ ਚੜ ਗਿਆ ਪੂਰਾ ਸ਼ਰਾਬ ਨਾਲ ਡੱਕਿਆ ਠੇਡੇ ਖਾਂਦਾ ਉਹਨੇ ਚਾਚਾ ਸ਼ੇਰੂ ਤੋਂ ਕਿੰਨੇ ਪੈਸੇ ਲਏ ਆ ਬੁੱਧੂ ਬਿਜਲੀ ਨੂੰ ਕਟਕਾ 200 ਸਿੱਧੂ ਸਾਹਿਬ 200 ਮੋੜਦੀ ਮੈਨੂੰ ਤਾਂ ਇਹਨੇ ਛੱਲਣ ਨਹੀਂ ਵਿਖਾਇਆ ਹੈ ਬੁੱਧੂ ਦੀ ਕੰਨ ਡਰ ਗਈ ਆਵਾਜ਼ ਗੂੰਜੀ ਸਾਰੇ ਵਿਹੜੇ ਨਹੀਂ ਮੋੜਾ ਲਾ ਲਓ ਜੋਰ ਓਏ ਕਪੂਰੇ ਨੇ ਲਲਕਰਾ ਮਾਰਿਆ ਵੇਖੜ ਮੈਂ ਚੁੱਪ ਕਰ ਸੋਦੀ ਕਪੂਰੇ ਦੇ ਮੂੰਹ ਆ ਤੇਰੇ ਪ੍ਰੇਸ ਤੇ ਵੀ ਮੋੜਨਗੇ ਬੁੱਧੂ ਸਿਰ ਤੇ ਚੜ ਗਿਆ ਭੀੜ ਚੜਿਓ ਵੱਡਾ ਗੌਂਡਰ ਕਪੂਰਾ ਨੱਕ ਤੇ ਮੱਖੀ ਨਹੀਂ ਸੀ ਬਹਿਣ ਮਾਰ ਮਾਰ ਕੇਸਲੇ ਨਸਾਲ ਨੂੰ ਵੱਡਾ ਬੈਲੀ ਉੱਠਿਆ ਚਾਚਾ ਬੁੱਧੂ ਕਾਇਮ ਹੋ ਕੇ ਬੋਲੇ ਉਹ ਹੱਥ ਲਾ ਕੇ ਵਿਖਾ ਕਪੂਰਾ ਫਾਨੇ ਨੂੰ ਅੜ ਗਿਆ ਸਾਲਿਆ ਤਿੰਗੜਦਾ ਅੱਗੋਂ ਬੁੱਧੂ ਕਪੂਰੇ ਤੇ ਛਾਲ ਮਾਰ ਕੇ ਚੜ੍ਹਨ ਲੱਗਿਆ ਲੋਕਾਂ ਨੇ ਬੁੱਧੂ ਫੜ ਲਿਆ ਕਪੂਰਾ ਵੱਡੀ ਰਾਤ ਤੱਕ ਬੁੱਕਦਾ ਰਿਹਾ ਸਿੱਧੂ ਮੰਜੇ ਤੇ ਪਿਆ ਸੋਹਣੀ ਮੱਖੀ ਬਣੀ ਬੈਠੀ ਬੁੱਧੂ ਸੁੱਤਾ ਪਿਆ ਪਿੰਡ ਦੀਆਂ ਗਲੀਆਂ ਸੁੱਤੀਆਂ ਪਈ ਲੀਰੀ ਕੀ ਬਹੂ ਨੇ ਦੱਸਿਆ ਕਿ ਸੋਹਦੀ ਕਮਲੀ ਹੋ ਗਈ ਮੱਤ ਮਰ ਗਈ ਕਪੂਰੇ ਨੂੰ ਗਿਆ ਘਰੋਂ ਗਿਆ 5 ਦਿਨ ਹੋ ਜਿੰਦ ਘਟ ਗਈ ਕਪੂਰਾ ਘਰੇ ਨਹੀਂ ਆਇਆ ਮਮਾ ਆਇਆ ਨਹੀਂ ਕਪੂਰਾ ਅੰਮਾ ਬੋਟੀ ਨੇ ਕਿਹਾ ਨਾ ਭਾਈ ਆਇਆ ਨਹੀਂ ਇੰਨੇ ਦਿਨ ਹੋ ਗਏ ਬੋਟੀ ਹੱਸ ਝੁਰੜੀਆਂ ਹਰਕਤ ਚ ਆ ਗਈਆਂ ਅੰਮਾ ਅੜੀਏ ਐਵੇਂ ਡੁੱਬੀ ਜਾਂਦੀਆਂ ਪਹਿਲੀ ਵਾਰ ਮੁੰਡੇ ਖੁੰਡੇ ਸਹੁਰੇ ਨਾਲ ਚਾਅ ਕਰਦੇ ਸਹੁਰਿਆਂ ਦਾ ਤੇ ਹੋਰ ਨਹੀਂ ਉਹ ਨਖਸਮਾ ਸਹੁਰੀ ਗਿਆ ਅੜੀਏ ਤੈਨੂੰ ਨਹੀਂ ਪਤਾ ਮੇਰੇ ਕੋਲ ਤਾਂ ਭੋਗ ਨਾ ਹੋਰ ਵੀਰ ਦੀ ਸਹੁੰ ਦਾ ਬਹੂ ਲੈਣ ਗਿਆ ਇਹ ਕਾਲੇ ਮੂੰਹ ਵਾਲਿਆ ਇਹ ਤੂੰ ਕੌਣ ਕੀਤੀ ਨਾ ਕੋਈ ਤਾਰਾ ਬਿਆਰੀ ਸਾਨੂੰ ਦੱਸ ਕੇ ਨਹੀਂ ਗਿਆ ਹਲੇ ਮਕਲਾਵਾ ਨਹੀਂ ਸੀ ਆਇਆ ਕਪੂਰੇ ਬਹੂ ਤੁਰ ਗਈ ਹੌਸਲੇ ਨਾਲ ਉੱਠੀ ਟੀਂਡੇ ਭਾਂਡੇ ਸਾਂਭਣ ਲੱਗੇ ਉਹਨੂੰ ਲੱਗਿਆ ਅੱਜ ਕਪੂਰੇ ਨੇ ਬਹੂ ਲੈਕਣਾ ਰਾਤ ਹੋ ਗਈ ਸੋਧੀ ਦੇ ਗੱਲ ਪੱਚੀ ਨਾ ਬੁੱਧੂ ਤੇ ਸਿੱਧੂ ਬੜੀ ਰਾਤ ਘਰੇ ਆਏ ਉਹਨਾਂ ਨੂੰ ਵੀ ਪਤਾ ਲੱਗਿਆ ਕਪੂਰਾ ਬਹੂ ਲੈਣ ਜਦ 10 ਦਿਨ ਲੰਘ ਗਏ ਸੀ ਰੁਕਦੇ ਜਾਂਦੇ ਸਿੱਧੂ ਦਾ ਹਜੇ ਮਨ ਨਹੀਂ ਸੀ ਬਣਿਆ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਕਪੂਰਾ ਸ਼ੇਰੂਕਿਆਂ ਦੇ ਬਹੂ ਲੈ ਕੇ ਆਇਆ ਸਿੱਧੂ ਸੁਣ ਕੇ ਧਰਤੀ 'ਚ ਲੱਤ ਗਿਆ ਉਹਦਾ ਸਰੀਰ ਤੱਪਣ ਲੱਗਿਆ ਨਿਰਛਲ ਅੱਖਾਂ 'ਚੋਂ ਚੰਗਿਆੜੇ ਫੁੱਟੇ ਸੋਹਦੀ ਘਰ ਨੂੰ ਤੁਰ ਗਈ ਸੋਹਰੀ ਪਾਗਲ ਹੋਈ ਸੀਰੀਆਂ ਦੇ ਘਰ ਪਹੁੰਚ ਕੇ ਉਹਨੇ ਦੱਸਿਆ ਕਿ ਸ਼ੇਰੂਕੇ ਹੀ ਘਰ ਵਾਲੀ ਲੈ ਆਂਦੀ ਕਪੂਰ ਸ਼ੇਰੂਕਿਆਂ ਵਾਲੇ ਬਦਮਾਸ਼ ਸੀ ਸਿੱਧੂ ਮਰਨ ਤੇ ਆ ਗਿਆ ਗੁੱਸੇ 'ਚ ਬਦਲ ਹੋਇਆ ਸਿੱਧੂ ਕੀੜਾ ਖਾ ਕੇ ਖੋਰਲੀ 'ਚ ਗਿਰ ਗਿਆ ਹਨੇਰਾ ਵੱਧ ਗਿਆ ਬੇਸੁਰਤ ਹੋਇਆ ਪਿਆ ਸੰਤੋਸ਼ ਨੇ ਕੁੰਡਾ ਖੜਕਾਉਂਦਾ ਘਰਿਆ ਕਿਹੜਾ ਹੈ ਸਿੱਧੂ ਸਿਆ ਤੂੰ ਖੁਰਲੀ 'ਚ ਪਿਆ ਸੰਤੋਖ ਉਹ ਭੈੜਿਆ ਤੈਨੂੰ ਕਿੰਨੀ ਵਾਰ ਕਿਹਾ ਕੰਮ ਨਾ ਤੂੰ ਕਰਿਆ ਕਰ ਹੁਣ ਉੱਪਰਲੇ ਕੰਮਾਂ ਤੇ ਹੋ ਹੋਰ ਬੰਦਾ ਰਲਾ ਲਾਂਗੇ ਬਹੁਤ ਕਰ ਲਿਆ ਆਪਾਂ ਕਾਹਨੂੰ ਠੇਡੇ ਖਾਂਦਾ ਫਿਰਦਾ ਸਿੱਧੂ ਤਾਂ ਹੀ ਰੋਣ ਲੱਗ ਗਿਆ ਉਹਨੇ ਬਹੁਤ ਸਾਰਾ ਵੱਡਾ ਲੇਰ ਜਿਹੜੀ ਵੱਡੀ ਮਾਰੀ ਤਾਂ ਸੰਤੋਖ ਸਿੰਘ ਦੇ ਕੋਲ ਆ ਗਿਆ ਕਮਲਿਆ ਕਦੇ ਸਾਲ ਬੰਦ ਵੀ ਰੋਂਦਾ ਬੁੜੀਆਂ ਦਾ ਕੰਮ ਹੁੰਦਾ ਸੰਤੋਖ ਸਿੰਘ ਕੜਮੇ ਨੇ ਜੜ ਵੱਢਤੀ ਸਿੱਧੂ ਨੂੰ ਹੌਕਾ ਲੱਗਿਆ ਜਰੋ ਜਾ ਸਿੱਧੂ ਨੂੰ ਰੋਂਦਾ ਰਿਹਾ ਸੰਭ ਹੋ ਗਿਆ ਸਭ ਬੰਦਿਆਂ ਦੇ ਮੌਰਾਂ ਤੇ ਡਾਂਗਾ ਜਵਾਨ ਬੜੇ ਫੇਰੀਆਂ ਮੇਲਿਆਂ ਦੇ ਚ ਘੋੜੀਆਂ ਨਚਾਈਆਂ ਤੇ ਊਠਾਂ ਦੇ ਬੁਸ਼ਕਰੇ ਮਾਰੇ ਛਵੀਆਂ ਦੇ ਨਾਲ ਮੇਲੇ ਜਾਂਦੇ ਰਹੇ ਸਿੱਧੂ ਤੇ ਸੰਤੋਖ ਅੱਖ ਦੇ ਵਿੱਚੋਂ ਭੋਰਾ ਵੀ ਜਾ ਤਾਂ ਕਦੇ ਨੀਰ ਵਗ ਗੱਲ ਤਾਂ ਦੱਸੇਗਾ ਕੋਈ ਸੰਤੋਖ ਸਿੰਘ ਨੇ ਜਦ ਕੱਲ ਕਿਹਾ ਅੰਦਰੋਂ ਮੁੰਡਿਆਂ ਨੂੰ ਬਿਲਕੁਲ ਸ਼ਾਂਤ ਸਮੁੰਦਰ ਚ ਤੂਫਾਨ ਆ ਗਿਆ ਸੰਤੋਖ ਸਿੰਘ ਦੇ ਕਾਲਜੇ ਸ਼ੁਰੂ ਫਿਰ ਗਈ ਗੁੱਸੇ ਨਾਲ ਲਾਲ ਅੰਗਿਆਰ ਚਿੱਟੀਆਂ ਗੱਲਾਂ ਨੂਰੀ ਚਿਹਰਾ ਕਦ ਗੁਲਾਬੀ ਹੋ ਗਿਆ ਤਦ ਮੁੱਛ ਨੂੰ ਹੋੜਾ ਜੱਟ ਨੇ ਦੇਤਾ ਚੁੱਪ ਕਰ ਸੁੱਧ ਸਿਆ ਜਦ ਉਹਨੇ ਦੱਸਤੀ ਡਾਕੂਆਂ ਨੇ ਬਹੂ ਘਰੇ ਵਾਲ ਲਈ ਇੰਨੀ ਗੱਲ ਜਾਂ ਸਿੱਧੂ ਨੇ ਕਹੀ ਸੰਤੋਖ ਨਾ ਚੁੱਪ ਕਰ ਅੱਖਾਂ ਇੰਜ ਸਿੱਟੀ ਮੇਰੇ ਤੋਂ ਬੁਰਾ ਲਿਆ ਭਾਗ ਲਲਕਦਾ ਜਦ ਬੁੜੇ ਨੇ ਮਾਰਿਆ ਸੰਤੋਖ ਨੇ ਭਾਗ ਸਿੰਘ ਅੰਦਰੋਂ ਕੰਧ ਦੇ ਵਿੱਚੋਂ ਲੱਗਦਾ ਬਾਹਰ ਨੂੰ ਭੱਜਿਆ ਤੇਰੀ ਰੇ ਮੇਰੀ ਨੂੰਹ ਨੂੰ ਅੰਦਰ ਬਾੜੀ ਬੈਠਾ ਡਾਕਾ ਮਾਰਦਾ ਡਾਕਾ ਸਨ ਬੱਚਾ ਕਹਾਣੀ ਚ ਪੀਰ ਨੂੰ ਸਿੰਘ ਦਾ ਪੁੱਤ ਨਾ ਜਾਣੀ ਘਰਾਂ ਨੂੰ ਅੱਗ ਲਾ ਦੂੰਗਾ ਸੰਤੋਖ ਉਹਨੇ 4-5 ਵਾਰੇ ਗੱਲ ਕੀਤੀ ਨਾਲ ਚਾਚੇ ਤਾਇਆਂ ਦੇ ਮੁੰਡੇ ਪੋਤੇ ਭਤੀਜੇ ਸਕੇ ਚਾਚੇ ਤਾਇਆਂ ਦੇ ਮੁੰਡੇ ਸਾਰਿਆਂ ਨੇ ਅੰਦਰ ਨੂੰ ਪੇਟੀਆਂ ਵਾਲਿਆਂ ਨੂੰ ਹੋ ਗਏ ਬੰਦੇ ਖਾਣੀਆਂ ਹੱਥਾਂ 'ਚ ਪਾ ਕੇ ਜਦ ਦਰਵਾਜ਼ਿਆਂ 'ਚ ਨਿਕਲੇ ਭਾਗ ਸਿਆ ਆ ਗਿਆ
जाके बछड़े नूं कह दे ओए बहू ते मुंडे नूं हुणे घर नूं करदे नहीं घर नूं अग ला के स्वाह नूं कर यार गल दे विच गल कीती सोच ते बापू गल की है भाग लुच्चियां दी मौत अज तक साडे घरां च झोलियां भर के जाना जाते रहे अज साडियां धीआं भैणां तकाउण लग गए बाकी गल भाग उन्हें कंन च बदल वांगू गजदी आवाज सुन के चाचे भतीजे नाल सारे पोतियां तक मुंडिया लिआओ छेले कढ के जद अज पहली बार बाबे ने कहा जिहड़ा हर बार रोकदा रहिंदा ना लड़े उन्हां नाल चढ़दी उम्र दे मुंडे संतोख सिंह दीआं गल्लां नूं सुन के हड्डियां नूं थुक ला गए छेले जिहड़े लिशक के डांगा खड़कियां छबियां जीभां कढियां 12 बोरां ते निपई हुई धूड़ हवा दे बुलियां दे नाल उड़ा फूका मार के एलजी दे भर के जद कड़ैक होई कहंदे भी हुण पर लाओ बुढ़ियां कंधां नाल लग गईयां बाबा उंगल कर किधर नूं तुरीए एक गभरू ने मुठियां ते थुकिया थू कर अजूरा रहा बाबा खूंडे वालिया खिला दे केरा हथ गर्म करिए अज भीड़ दे विचों मगरों आवाज चाचे दा पोता संतोख सिंह दा बराबर दा हो के कहता है जी दस हुण की करना अज ना हटा ली विचों कटा कटी कढे लैंदे नित नित नहीं आहर हुंदे बाबा तोड़ हुण किते नूं भीड़ काली होई पई और ठहरो भाग सोनू मुड़िया आउण दिओ ਉਹੀ करती गल ढीकना किनू चलो चिप्पीए हुण सानू दस्से मूंह भाग सिंह फेर आ गया क्यों की जवाब है जदों आके आख्या निकल गईयां लेरां सारे घर च भुचाल आ गया भाग सिंह ने इज्जत नाल कहा मुंडा ते बहू उसे वेले दौड़ ते घर नूं अरे ठीक है फिर भाग सिंह दा गुस्सा लथ गया घर वाली ने लिया के गड़बी दे विचों पानी पा के गिलास एक पाया सिद्धू नूं भी फड़ाओ जाओ बई फिर रोटी पानी खाओ काहो मंजे मुंडा रोटी दो संतोख ने ललकरा मार के कहा मंजे डह गए उपर बाबा असी किते सलाद खाण आया तू सानू तोड़दा क्यों नहीं एक मुंडा गर्म आ गया झेडा कर खोलण दे पैड़िया हथ होना ना मन खराब मुंडिया दा चंगा एक झुट्ठी लाया हुण दे ना जी हुण जो करो ये नहीं गल कर यार कोई वाले नहीं एवें नहीं हुंदी शरीक ते चढ़ना गल अपनी हो गई निबड़ गई दोबारा छवियां ते सेले ते गंडासे घर नूं मोड़ने मुंडियां नूं औखे हो रफला जड़ियां पठानी ते 12 बोरने दे गड़ैच होए सी दोबारा राउंड कड्ढणे औखे हो गए रोटी खा के जाओ खूंजे दे विच जद खड़ियां कीतियां बंदे खालियां गरा लग गया जिवें गन्नियां दी भरी खड़ी हो अद्धी रात तक मुंडे रोटियां खा के हुंगरे मारते रहे 12-1 बजे तक गए डाकू के पता लग गया भी सारा महन कट्ठा होया सिद्धू घरे पहुंचा सारा बेड़ा बन थले कट्ठा रही वड्डे जोरा वाला ना सीरी बनया फिरदा लुच्चे बहू घर वाली बैठे कुबे ने मेरा सगा भाई रड़काड़ी गल कही हथ कढण दे गुस्से नाल दी देखो असीं मर जांगे जां मार देंगे धरती सोटियां दा मींह वर गया ਵੱਡੀ ਯਾਰੀ ਪਾਈ ਫਿਰਦਾ ਮੌਕੇ ਤੇ ਪਤਾ ਲੱਗਦਾ ਯਾਰੀ ਦਾ ਇਹਨੂੰ ਗੱਡਣ ਨੂੰ ਕੌਣ ਜਾਵੇ ਯਾਰੀ ਕਿਵੇਂ ਲਾਈ ਦੇ ਸਕੇ ਭਾਈ ਜੱਟ ਕਿਹਦੇ ਹੁੰਦੇ ਨੇ ਜੱਟ ਤਾਂ ਧੌੜੀ ਪੱਟੀ ਜਾਂਦੇ ਆ ਵੇ ਅਸੀਂ ਆਪਦੇ ਸੀਰੀਆਂ ਨੂੰ ਆਖੀਏ ਫਿਰ ਕਿਸ ਨੇ ਪਿੱਛੋਂ ਕਿਹਾ ਸਾਡੀ ਬਹੂ ਰੱਖੀ ਬੈਠੇ ਅੱਜ ਵੇ ਅਸੀਂ ਜਦ ਗਾਲ ਕੱਢੀ ਵੱਡੀ ਸਾਰੀ ਸਿੱਧੂ ਨੇ ਜਿਹੜਾ ਸਾਰਾ ਖੰਗ ਵੀ ਜਾਵੇ ਮੈਂ ਸੰਤੋਖ ਸਿੰਘ ਸਨਾਰ ਦਾ ਦਗਾ ਭਾਈਆ ਸਗਾ ਭਾਈ सिद्धू दियां गल दियां नाड़ां बाहर आ गई सारे झक ललकरा शराबियां नूं मारिया हौसलियां धरती ते पब नहीं सड़ा वड्डा भरा लिया जट्टा दे जट दा बहू रखी बैठिया तेरी ओए उड्डा बड भी कर किहड़ी पवर आ बहू रखण दी इस सिर में पीजे कच्चे नूं झब जिहा दी घड़ी सरदार दा सारा भरा दा दुआरा फिर सिद्धू ने कहा कच्चे नूं खा ये कच्चे वाले अंदर बहू बारी बैठा बहू मेरे घर आ जाके देखो सिद्धू की गल दे कहते भाइयों को पता नहीं हाँ हाँ पता जाके देख कपूरा घर से वाह भाई वाह यारी होवे तां इउं होवे मैं कहा घर राजियां दे तुल करके विखा दी सरदार दे संतोख ने रात बड़ी हुई बुल्लू वाले छप्पड़ च नहा के चंद उच्चा हो गया पुरे दी हवा दे झोंके चल पे तपश मिट गई छड़ियां दा राह परलियां खिच्चियां ते नाल दी थल्ले दी लैंदा गया निखरे आसमान च बिरला बिरला बदल झात कहंदा
तारे लुक मचाई खेडन लगे। बहू ते कपूरा सिद्धू दे पहुंचण तो पहला ही छत ते चढ़ के सौ गए। बहू घरे आ जद अंदर बड़िया सिद्धू तां मूहरे हथ जुड़ गए। सोनी कहती हारे कुछ ना हुण ना आखी, आखीए क्यों ना। पिछों चानचक बुद्धू आ गया, सिद्धू का सका भाई। कुब्बा भी भाई सी, बख्शीशा 4 भाई सी। किथे आ हुण? सिद्धू ने बुल टुकिया, उठे ते आ बौड़ी आ थोड़े हथ ने जग नूं तमाशा दिखाओ। जग नूं तमाशा वालिया दोने भरावां दा गुस्सा साडा रहा ही कख नहीं। बुद्धू उपर दी होके कवीशर नूं सिद्धू दे मोढे तो बोलिया पतीला दे कदला ने मेरी मिट्टी च पा दी, मैं सरदार दा सगा भरा। फिर सिद्धू ने गल होई सरकार सरदार सानू बराबर कुर्सी दवे। सिद्धू फिर बोले बुद्धू दे बुला ने चढ़ चढ़ की ब्यो को जिवें परा हो के जवाक गाल करदा हुंदा बड़े बिंदक दी बिंद बह के तुर गया। बुगदू सुकूक सुता पिया। सिद्धू नूं नींद नहीं सी आउंदी। अनोखा चा सी अज सरदार ने करके दिखा। जद मुंडे सौण दे बदल वांगू बड़े भाग सिंह दे घरे डाकुआं नूं देण गया सुनेहा भाग सिंह बहू घर नूं आ गई जड़े पंजेबां पा के। सिद्धू नूं अज ऐ लग्या गल बन गई। नितनेम दे नाल सिद्धू उठ के खेत नूं चल गया। संतोख सिंह शहर चल गया, मेल ना हो सकिया। हथ ने छेती घर का काम खत्म करके घरे आ गया। सुआबलन कपूरा घरे सी, नवे मावे वाली पग बन्नी, मुच्छां ता दे के सुरमे दियां सलाइयां खेदा। सिद्धू नूं वेख के तपिया पर गुस्से ते काबू पा लिया, क्योंकि सिद्धू ने मर्जी की। कपूरा घर वाली डाकुआं दे रेबटिया सीर वाले कच गेड़ा दे के सिद्धू बेड़े दे वड़ गया। खाड़ी ते तुरदे बंदे सद ले, सारे इकट्ठे हो गए। पिंड बेड़े दा थपाक बहुत सी। कपूरा सद लिया, बोले तेरी की मनशा है? ਉਹਦੇ ਸਾਹ ने नासा च नसबार दा चूंगा चाढ़ लिया पूरा। लंबा मार के टाटा दियां अखां तान लिया ਉਹਨੇ। खब्बे पासों लसिट के जब नास दूजे पासे डब्बी खोल के चर्र दे के चाड़ी। गल सुनाए पब्बां दे भार बैठे ने, पब्बां दी भाफ कढ़ती। पिंडां च फिरदी बत्तक वांगू औकड़ू जिहा हुंदा, कदे मूहरे नूं कदे पिछे। देख भाई असीं गल करांगे न्याय दी, ये गल तेरे वास्ते लैकी नहीं, तू प्यो दी यारी नहीं देखी रात। कुब्बे ने शान तो गल खोली, जे तू दस तेनू घरों घाटा खादा, सारे पिंड दा दाना ही लै लै के डंग सार दा सवाल संतोष हो, तू बशकाटा मारे। शांगे ने बहुता बोलन दी फिड़क पूरी की। शांगा हथ छेवीं ओदे नाल दे गूठे दे पिछों खब्बे पासे एक छोटा जिहा गूठा सी, जिवें एक मुछ चक्की होवे दूजी ढिल्ली होवे। दोने हथ जद कपूरे वालू आए, इउं आए जिवें पलास आया हुंदा। कपूरा पिछे नूं हट गया। लीरां लीरां पग दे 4 गिठ टुट जदियां बूदां शराबियां वांगू बाहर चलदे लिपतरे ला के सूत होया बैठा। हाँ वेखना एडी धिर छड्ड के दिहाड़े नहीं लंघणे। फुट्टी चिल वर्गा तेरा निक्का नाका, तेरे अर्गे नूं सरदार कोले ना लंघण, उल्टा तू बशकाटा मारे। सिद्धू ने कहा नहीं खिंगण ने कौन जांदा, मूंह संभालो छोरा, झंड ना लहा ली। ਉਹਦਾ शान भी संतोख सिंह दी मेहर कर। तू चुप करके बैठा रह, तू सीधा ना होना, तू मेरा की कर देगा? 3 ਦਾ ਬਹੁਤ ਹੈ। ਕਪੂਰਾ ਭੱਜ ਕੇ ਤਾਇਆਂ ਨੂੰ चुप कर जा, ਬਹੁਤਾ ਸਿੱਖ ਗਿਆ। ਨਾਸਾਂ ਚੱਕਣ ਕੁੱਟਣ ਲੱਗ ਪਿਆ। 20 ਪਏ ਤੋਂ ਹਟਾਂਗੇ ਮੁੰਡਿਆ, ਰਗਾ ਮਲ ਦਿਆਂਗੇ, ਤੁੱਕੇ ਵਾਂਗੂ ਸਿੱਧਾ ਹੋ ਜਾ। ਮੈਂ ਆਪਣੀ ਮਰਜ਼ੀ ਕਰੂੰ, ਮੈਂ ਨਰੜਿਆ ਨਹੀਂ ਹੋਇਆ ਜਿਹਦੇ ਮਰਜ਼ੀ ਸੀਰ ਕਰਾਂ। ਕਪੂਰਾ ਲੱਤ ਤੇ ਨਾ ਆਇਆ, घर दे भज के। सिद्धू पागल मन, सिद्धू कलेश करके पागल हो गया। मन झुरदा सीरियां दे घरे चलदा, मन खुशी नाल पागल घरे आउंदा दुबारे फेर। एक दिन बैठा बैठा संतोख सिंह नूं कहना सरदारा मेरी तां कख नहीं रही, कपूरा नहीं मनदा, हुण भुगतू नूं रला। मैं तैनूं किन्नी बार कहा इउं कर उरे आ, गल सुण, आ जक लीड़े सवेरे पा के आई, आपां बड़े पिंड चलना। बड़ा पिंड दूजे पिंड जमीन कहते सी, ते नाल कहंदी संतोख सिंह नूं ढेरी आई हुई। सिद्धू खुशी च कमला होया खड़ा, चिट्टे लीरे हथ च, पैरी हथ लाउण नूं नेड़े आ, परा हट परा हट। संतोख सिंह इन्ने चिट्टे लीरे मैनूं तां छंग लगू। सिद्धू कपड़ियां झाकदा संग काहदी, बुढ़िया दी पिशाक आए दोने हल। सिद्धू बड़े तड़के काम ते पहुंचा। संतोख पाठ करे संतोख सिंह, सिद्धू ने पट्ठे पाए। जदों पट्ठे पाउण लग्या आके भाखां ताया, हाँ भड़िया बापू लड़ू। मैं कहा नहीं, मैं तो हर ते चलू। मैं कहा बापू नूं पुछ ला तू,
ਤੁਸੀਂ ਕੀ ਗੱਲ ਹੈ? ਚਵਾਰੇ ਤੋਂ ਸੰਤੋਖ ਸਿੰਘ ਨੇ ਕਿਹਾ ਕੁਝ ਨਹੀਂ ਸਰਦਾਰਾ, ਬਾਪੂ ਇਹਦਾ ਖੇਤ ਨੂੰ ਤਿਆਰ ਹੋਇਆ ਖੜਾ। ਸਿੱਧੂ ਸਿਆ ਉਰੇ ਆ, ਅੱਜ ਆਪਾਂ ਪਾਠ ਕਰੀਏ ਦੋਨੇ ਭਾਈ। ਤੈਨੂੰ ਇੱਕ ਵਾਰੀ ਆਖਦਾ ਉਤਲਾ ਕੰਮ ਕਰਿਆ ਕਰਾਂਗੇ। ਹੁਣ ਸਿੱਧੂ ਛੱਤ ਨੂੰ ਤੁਰਿਆ ਜਾਵੇ ਪਾਠ ਔਰ ਰਹਿਣ ਦੇ। ਸਰਦਾਰ ਸਿਆ ਮੈਂ ਤਾਂ ਆਉਂਦਾ ਨੈਣਾ ਦੇਵੀ ਦਾ ਪਾਠ ਕਰਕੇ ਆਇਆ, ਤੂੰ ਕਿਹੜਾ ਕਰਾਉਣਾ ਮੈਨੂੰ? ਆ ਜਾ ਬੈਠ। ਜਪਜੀ ਸਾਹਿਬ ਸ਼ਬਦ ਹਜ਼ਾਰੇ ਸੁਖਮਨੀ ਸਾਹਿਬ ਦਾ ਪਾਠ ਕਰਦੇ। ਸਵੇਰ ਨੇ ਝਾਕ ਪਈ, ਪੰਛੀ ਉੜ ਗਏ, ਰਿੜਕਣਿਆਂ ਚ ਵਧਾਣੀਆਂ ਪੈ ਗਈਆਂ, ਖੇਤਾਂ ਚ ਉੱਚੀਆਂ ਕਲੀਆਂ ਮੱਧਮ ਪਈਆਂ। ਸੰਤੋਖ ਸਿੰਘ ਨਹਾਉਣ ਲਈ ਛੱਤ ਤੋਂ ਉਤਰਿਆ, ਇਸ਼ਨਾਨ ਕਰਨ ਮਗਰੋਂ ਫੇਰ ਦੁਬਾਰਾ ਤਿਆਰ ਹੋ। ਉਹ ਵੀ ਇਸ਼ਨਾਨ ਕਰਕੇ ਨੀੜੇ ਪਾ ਇਸ਼ਨਾਨ ਕਾਹਦਾ ਸੁਣਾ ਮੈਨੂੰ ਤਾਂ ਕਚਿਆਈ ਬਹੁਤ ਆਉਂਦੀ ਹੈ। ਕਮਲਾ ਲੀੜਿਆਂ ਦੀ ਕਚਿਆਈ ਕਾਹਦੀ ਆ, ਛੇਤੀ ਮੁੜ ਕੇ ਜਾ ਕਰ ਨੂੰ। ਜਦ ਘਰੇ ਤੁਰ ਗਿਆ ਸਿੱਧੂ ਕਹਿੰਦੀ ਤੂੰ ਹੁਣੇ ਮੁੜਿਆ, ਕੱਲ ਠੀਕ ਆ ਚਿੱਤ ਤੇਰਾ, ਦੇਖਦਾ ਨੀ ਆਹ ਲੀੜੇ ਤੂੰ ਤਾਂ ਪਾਈ ਫਿਰਦਾ, ਨਵੇਂ ਲੀੜੇ ਇਹ ਸਰਦਾਰ ਨੇ ਦਿੱਤੇ ਨੇ। ਵਾਹ ਨੀ ਭਰਾ ਮਦੀ ਤੂੰ ਇਹੋ ਜਿਹੇ ਲੀੜੇ ਪਾਉਣੇ ਨੇ ਹੁਣ। ਸਿੱਧੂ ਸਰ ਨਾਲ ਪਾਣੀ ਹੋਇਆ, ਕਿਤੇ ਜੰਮ ਚੱਲਿਆ ਸਾਨੂੰ ਉੱਪਰਲੇ ਕੰਮਾਂ ਨੇ ਲਾਤਾ ਸਾਨੂੰ। ਹੁਣ ਮੈਨੂੰ ਕਹਿੰਦਾ ਸਰਦਾਰ, ਅੱਛਾ ਮੈਥੋਂ ਨੀ ਇਹ ਲੀੜੇ ਪੈਂਦੇ। ਤੇ ਉਹ ਸਰਦਾਰ ਆ, ਸਰਦਾਰ ਤਾਂ ਸਰਦਾਰ ਹੈ। ਤੇ ਜਦੋਂ ਉਹਨੇ ਭਰਾ ਵਾਲਿਆ ਉਹ ਤਾਂ ਠੀਕ ਹੈ, ਤੂੰ ਛੱਡ ਪਾਣੀ ਲਿਆਉਣੀ ਆ, ਨਹਾ ਕੇ ਲੀੜੇ ਪਾ ਤੂੰ। ਸਿੱਧੂ ਦੰਦ ਚ ਜੀਭ ਲੈ ਕੇ ਨਹਾਤਾ ਦੁਪਹਿਰੇ। ਅੱਜ ਸੋਹਣੀ ਅੱਖਾਂ ਜਿਹੜੇ ਆ ਗਈ, ਲੱਠਾ ਖਰੜ ਖੜਦਾ, ਰੋਟੀ ਵਰਗਾ ਮੋਟਾ ਝੱਗਾ, ਕਿੰਨਾ ਸੋਹਣਾ ਸਿਉਂਦਾ। ਇਹ ਭਰਾਵਾਂ ਦੀ ਉਹ ਸੋਹਣਾ ਹੀ ਬਹੁਤ, ਸੂਦੀ ਵੀ ਕਹੇ ਬਹੁਤੀ ਕੰਦ ਦੀਆਂ ਮੋਰੀਆਂ ਚ ਝਾਕ ਕੇ ਹੱਸੇ। ਪੂਰੇ ਦੀ ਵੀ ਆ ਕੀ ਬਣਦਾ ਵੇ, ਤੂੰ ਤਾਂ ਸੋਹਣਾ ਬਣ ਗਿਆ। ਸਿੱਧੂ ਨੇ ਨਾਵੇ ਵਾਲੀ ਚਿੱਟੀ ਮੋਤੀਆ ਪੱਗ ਚਮਕਦੀ ਸੀ, ਉਹਦੀ ਰਾਣੀ ਮਾਰੀ ਸਫਰ ਬਾਹਲਾ ਚਿੱਟਾ ਧੁੱਪ ਵਰਗਾ, ਮੇਥੇ ਦੀਆਂ ਇੰਨਾ ਚਿੱਟਾ ਬੰਨੀ ਦਾ। ਸਿੱਧੂ ਨੇ ਪੱਗ ਸਿਰ ਤੋਂ ਲਾਏ, ਕੱਛ ਚ ਦੇ ਜਾ ਪਤਾ ਨਕਰਮਿਆ ਕੀ ਕੀਤਾ ਤੂੰ, ਐ ਕਰ ਇਹਨੂੰ ਮਾੜੀ ਜੀ ਸਵਾਹ ਲਾ ਦੇ। ਸਿੱਧੂ ਇੱਕ ਵਾਰ ਫੇਰ ਕਰ ਹੌਸਲਾ ਕਰਕੇ ਪੱਗ ਸੱਜਰੇ ਪੋਚੇ ਦੀ ਕੰਧ ਨਾਲ ਘਸਾ। ਸੋਦੀ ਚੀਕ ਨਿਕਲ ਗਈ, ਤੂੰ ਨਾ ਕਰ, ਤੈਨੂੰ ਭਾਈ ਨੇ ਕਿਹਾ ਤੇਰੇ ਨੇ, ਆਖੀ ਕਰਦਾ ਤੂੰ। ਸੁਦੀ ਨੇ ਕਿਹਾ। ਤਿਆਰ ਹੋ ਕੇ ਸਾਹ ਸਰਦਾਰ ਉਡੀਕਦਾ ਸਿੱਧੂ ਤੁਰ ਗਿਆ। ਧੁੱਪ ਵਾਂਗ ਚਮਕਦੇ ਭੂਥੇ ਨੂੰ ਬੱਦਲ ਵਾਂਗੂ ਖੜਕਾਉਂਦਾ, ਜਾਣ ਬੁੱਝ ਕੇ ਰੱਬ ਦੀ ਪੀੜੀ ਗਲੀ ਚੋਂ ਲੰਘਿਆ। ਰੱਬ ਨੂੰ ਉਹ ਦੱਸਦਾ ਸਿੱਧੂ ਦਾ ਅੱਜ ਚਾਦਰਾ ਧਰਤੀ ਸੰਭਰਦਾ ਜਾਵੇ। ਲੰਮਾ ਕਲੀਆਂ ਵਾਲਾ ਕੁੜਤਾ, ਥੱਲੇ ਖੁੱਸਾ, ਉੱਪਰ ਮਾਵੇ ਵਾਲੀ ਤਸਰੀ ਪੱਗ। ਸੰਤੋਖ ਸਿੰਘ ਘੋੜੀ ਫੜੀ ਖੜਾ ਉਡੀਕਦਾ ਸੀ ਉਹਨੂੰ। ਉਹ ਆ ਕੀ ਪੱਗ ਮੈਲੀ? ਸਰਦਾਰਾ ਹੱਡ ਵਰਗੀ ਚਿੱਟੀ ਸੀ। ਸੰਤੋਖ ਸਿੰਘ ਦਾ ਤੇ ਫੇਰ ਤੂੰ ਕੀ ਕੀਤਾ? ਮੈਂ ਮੈਲੀ ਕਰਦੀ ਮਾੜੀ ਸਰਦਾਰਾ। ਸੰਤੋਖ ਸਿੰਘ ਚਿੱਟੇ ਕੱਪੜਿਆਂ ਚ ਸ਼ਹੀਦ ਬਣਿਆ ਖੜਾ ਸੀ। ਥੋੜੇ ਚਿਰ ਵਾਂਗੂ ਵੱਡੇ ਘਰ ਨੂੰ ਤੁਰ ਪਏ। ਸਿੱਧੂ ਸਿਆ ਇਉਂ ਕਰ, ਆਪਾਂ ਮੁੜ ਚੱਲੀਏ। ਕਿਉਂ ਸਰਦਾਰਾ? ਆਪਾਂ ਘੋੜੀ ਦੂਜੀ ਵੀ ਲਿਆਈਏ ਨਾਲ। ਉਹ ਕਾਹਦੇ ਖਾਤਰ? ਤੂੰ ਨਾਲ ਚੜੀ? ਨਾ ਮੈਂ ਤੁਰ ਕੇ ਲਗਾਮ ਫੜ ਕੇ ਸਿੱਧੂ ਉੱਪਰ ਬੈਠਾ ਦਾ, ਮੈਂ ਨਹੀਂ ਚੜ ਸਕਦਾ। ਤੂੰ ਬੰਦਾ ਬਣ, ਮੁੜ ਪਿੱਛੇ ਨੂੰ ਨਾ, ਮੈਂ ਆਪਾਂ ਨੀ ਮੁੜਨਾ, ਇੱਕੋ ਹੀ ਘੋੜੀ ਬਹੁਤ ਚੰਗਾ। ਐਂ ਕਰ ਤੂੰ ਫਿਰ ਸੰਭਾਲ, ਮੈਂ ਉਤਰਦਾ। ਸੰਤੋਖ ਸਿੰਘ ਘੋੜੀ ਤੋਂ ਤੁਰਨ ਲੱਗ ਗਿਆ ਤੇ ਸਿੱਧੂ ਘੋੜੀ ਤੇ ਚਾੜਤਾ। ਨਾਲ ਦੇ ਪਿੰਡ ਬਾਣੀਆਂ ਦੇ ਚਲੇ ਗਏ। ਰਾਮ ਰਾਮ ਸਰਦਾਰ ਜੀ, ਕਿਸ਼ੋਰ ਚੰਦ ਨੇ ਕਿਹਾ। ਪਿੰਡ ਤੋਂ ਵੜਦਿਆਂ ਪਹਿਲਾਂ ਹੱਟੀ ਕਿਸ਼ੋਰ ਜੀ। ਰਾਮ ਰਾਮ ਸ਼ੇਖ। ਸੰਤੋਖ ਨੇ ਪੈਰ ਮਲੇ। ਸਿੱਧੂ ਸਿੱਧੂ ਹੈ। ਕਿਸ਼ੋਰ ਨੇ ਚੂਹੇ ਦੰਦੀਆਂ ਗਿਆ, ਕਿਉਂ ਸੇਠਾ ਹੱਸਦਾ ਕਿਉਂ ਹੈ? ਸੇਠ ਹੁੱਕੇ ਦੀ ਨੜੀ ਨੂੰ ਐ ਫੜੀ ਖੜਾ ਜਿਵੇਂ ਜੇ ਛੱਡਤੀ ਕਾਟੋ ਭੱਜ ਚੁ। ਤਾਂ ਐਵੇਂ ਪੁੱਛ ਲੈ, ਐਵੇਂ ਉਵੇਂ ਨੀ। ਸਾਰੀ ਉਮਰ ਸੇਠਾ ਕਮਾਈ ਕੀਤੀ ਹੈ ਭਾਈ ਨੇ, 4 ਦਿਨ ਅਸੀਂ ਬੁੜਿਆਂ ਨੇ ਆਰਾਮ ਕਰਨਾ। ਵੀ ਤੁਸੀਂ ਕੀ ਕਰੋਗੇ? ਅਸੀਂ ਉੱਪਰਲੇ ਕੰਮਾਂ ਤੇ। ਸਿੱਧੂ ਮੇਰੇ ਨਾਲ ਜਿਵੇਂ ਹੁਣ ਦੂਜੇ ਪਿੰਡ ਨੂੰ ਚੱਲੇ ਅਸੀਂ। ਤੂੰ ਦੱਸਣਾ ਕੀ ਹੈ? ਅਸੀਂ ਕੀ ਦੱਸਣਾ ਹੈ? ਕੁਛ ਨਹੀਂ ਦੱਸਣਾ। ਦੂਜੇ ਪਿੰਡ ਚਲੇ ਗਏ। ਪਿੰਡ ਆ ਕੇ ਸਾਰੇ ਮਿਲਣ ਆ ਗਏ। ਸਿੱਧੂ ਉੱਠ ਕੇ ਥੱਲੇ ਬਹਿਣ ਲੱਗਿਆ। ਸੰਤੋਖ ਬਰਾਬਰ ਬੈਠ ਇੱਥੇ। ਮੰਜੇ ਡਹਿ ਗਏ ਹਵੇਲੀ ਚ। ਘੋੜੀਆਂ ਸਰਦਾਰ ਦੀਆਂ ਹਿਲਕਣ, ਕਬੂਤਰ ਪੁੱਠੀਆਂ ਬਾਜ਼ੀਆਂ ਪਾਉਣ। ਸਾਰਾ ਪਿੰਡ ਇਕੱਠਾ ਹੋ ਗਿਆ। ਦੇਖੋ ਕੀ ਕਰੀ ਜਾਂਦਾ ਇਹ ਸਰਦਾਰ, ਕੀ ਕਰੀ ਜਾਂਦਾ? ਕਮਲਾ ਹੋ ਗਿਆ। ਤੀਰੀ ਨੂੰ ਬਰਾਬਰ ਬਣਾਈ ਦਿੱਤਾ। ਕੱਪੜੇ ਨਾ ਦੇਖ ਆਇਆ ਜੀ। ਉੱਥੋਂ ਥੱਕਿਆ ਜੋ ਕਰ। ਹਾਂ ਭਾਈ, ਆਹ ਨਾਲ ਵਾਲਾ ਮੁੰਡਾ ਕੌਣ ਹੈ? ਮੁੰਡਾ ਇਹ ਸਿੱਧੂ ਦਿਓ ਆ, ਸਾਡਾ ਸਿੱਧੂ ਦਿਓ। ਅਸੀਂ ਭਾਈ ਆ, ਸਕੇ ਭਾਈ। ਉੱਪਰਲਾ ਕੰਮ ਦੇਖਦੇ ਆ ਅਸੀਂ। ਹੁਣ ਬਹੁਤ ਵਾਹੀ ਕੀਤੀ ਆ ਅਸੀਂ ਦੋਨਾਂ ਭਾਈਆਂ ਨੇ। ਬੜਾ ਸੋਹਣਾ ਲੱਗਦਾ ਤੁਹਾਡੇ ਨਾਲ ਬੈਠਾ। ਆਹੋ ਐਂ ਸੋਹਣਾ ਲੱਗਦਾ। ਪਿੰਡ ਚ ਗੱਲ ਤੁਰ ਪਈ, ਲੋਕ ਆਸ਼ਾ ਸ਼ਿਕਾਰ। ਸਿੱਧੂ ਦਾ ਉਤਲਾ ਕੰਮ ਸੀ। ਖੇਤ ਗੇੜਾ ਬੈਠਣਾ, ਰੌਣੀ ਦੀ ਬੱਤ ਦੇਖਣੀ, ਚਿੜੀਆਂ ਉਡਾਉਣੀਆਂ, ਚੂਹੇ ਦੀਆਂ ਖੱਡਾਂ ਭੰਨਣੀਆਂ। ਬਸ ਭਗਤੂ ਚੋਬਰ ਹੋ ਗਿਆ। ਤੇ ਸਿੱਧੂ ਦੇ ਨਾਲ ਭਗਤੂ ਵੀ ਕੰਮ ਕਰਦਾ।
ਤੇ ਬਗਦੂ ਦਾ ਵਿਆਹ ਹੋ ਗਿਆ। ਕਪੂਰੇ ਦੀ ਘਰ ਵਾਲੀ ਦੀ ਤੇ ਬਗਦੂ ਦੀ ਵੀ ਘਰ ਵਾਲੀ ਉੱਥੇ। ਬਗਦੂ ਸਹੁਰੇ ਚਲੇ ਗਿਆ, ਘਰ ਵਾਲੀ ਲੈ ਆ। ਇੱਕ ਦਿਨ ਸਿੱਧੂ ਕੱਪੜਾ ਲੱਤਾ ਪਾ ਕੇ ਜਦ ਘਰ ਨੂੰ ਗਿਆ ਤਾਂ ਸੰਤੋਖ ਸਿੰਘ ਦੇ ਘਰ ਦੇ ਵਿੱਚ ਲੇਰਾ ਉੱਠਾ। ਸਿੱਧੂ ਨੂੰ ਦੂਰੋਂ ਪਹੇ ਚੋਂ ਆਵਾਜ਼ ਸੁਣੀ, ਰੋਂਦੇ ਕਿਉਂ ਆ ਸਰਦਾਰ? ਭੱਜ ਕੇ ਦੇਖਿਆ, ਜਦ ਨੂੰ ਦੇਖਿਆ ਸੰਤੋਖ ਸਿੰਘ ਨੂੰ ਥੱਲੇ ਪਾਈ ਪਏ ਸੀ। ਸਿੱਧੂ ਨੇ ਦੂਰੋਂ ਠੇਡੇ ਖਾਂਦੇ ਜਦ ਦੇਖਿਆ, ਉਹ ਕੀ ਹੋਇਆ? ਉਹ ਭਾਗ ਸਾਹਿਬ ਕੀ ਹੋ ਗਿਆ? ਭਾਗ ਕੀ ਹੋਇਆ? ਤਾਇਆ ਜੀ ਤੇਰਾ ਭਾਈ ਤੁਰ ਗਿਆ। ਇੰਨੀ ਗੱਲ ਕੀਤੀ। ਸਿੱਧੂ ਨੇ ਲੇਰ ਮਾਰ ਕੇ ਜਾ ਕੇ ਜੱਫੀ ਸੰਤੋਖ ਸਿੰਘ ਨੂੰ ਪਾਈ। ਉੱਠ, ਉਹ ਤਾਂ ਉੱਠਦਾ ਕਿਉਂ ਨਹੀਂ? ਉੱਠ ਯਾਰ, ਚੋਟੀ ਉੱਠ, ਉੱਠ, ਇਹ ਸੱਚ ਹੈ। ਜਾਨੂੰ ਭਾਗ ਸਿੰਘ ਨੇ ਦੋਨੇ ਬਾਹਾਂ ਤੋਂ ਖੜਾ ਕਰਕੇ ਇਹਨੂੰ ਖੜਾ ਕੀਤਾ। ਸਿੱਧੂ ਹੈ ਨਹੀਂ ਸੀ ਨਾਲ ਹੀ। ਸੰਤੋਖ ਸਿੰਘ ਦੇ ਸਿੱਧੂ ਨੂੰ ਪਾਤਾ। ਸਾਰੇ ਪਿੰਡ 'ਚ ਗੱਲ ਚੱਲੀ। ਦੋਨੇ ਭਾਈਆਂ ਦਾ ਇਕੱਠਾ ਸਤਿਕਾਰ ਹੋਇਆ। ਕੋਈ ਗੱਲੇ ਦੀ ਨਿੰਦਾ ਵੀ ਹੋਈ। ਇੱਕੋ ਹੀ ਚਿਖਾ 'ਚ ਭਾਗ ਸਿੰਘ ਤੇ ਬਗਦੂ ਦੇ ਘਰ ਸੁਣਨੇ ਹੋ ਗਏ। ਗਹਿਰੀ ਉਦਾਸੀ ਸੀ ਗਈ। ਪਰ ਸਕੇ ਭਰਾ ਅਗਲੇ ਜਨਮ ਦੇ ਵਿੱਚ ਫੇਰ ਭਰਾ ਬਣ ਗਏ ਤੇ ਅਗਲੇ ਜਹਾਨ ਨੂੰ ਇਕੱਠੇ ਕੂਚ ਕਰ ਸਕੇ ਭਰਾ। ਕੱਲ ਨੂੰ ਮਿਲਦੇ ਨੇ।